ਕਾਂਸ਼ੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਬਿਸ਼ਨ ਦਾਸ ਵੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ। ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਸਮਾਜ ਵੀਕਲੀ ਦੇ ਚੀਫ ਐਡੀਟਰ ਦਵਿੰਦਰ ਚੰਦਰ ਜੀ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਕਾਂਸ਼ੀ ਟੀਵੀ 'ਤੇ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ। ਪਿਆਰੇ ਦਰਸ਼ਕੋ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਅਸੀਂ ਇੱਕ ਸ਼ੋਕ ਸਮਾਚਾਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਹਾਂ। ਉਹ ਹੈ ਕਿ ਮਾਸਟਰ ਦੌਲਤ ਰਾਮ, ਜੋ ਕਿ ਲਾਈਫ ਲੌਂਗ BSP ਦੇ ਵਰਕਰ ਔਰ ਆਗੂ ਸਨ, ਜਿਨ੍ਹਾਂ ਨੇ ਕਿ ਮਾਨਯਵਰ ਕਾਂਸ਼ੀ ਰਾਮ ਹੁਣਾਂ ਨਾਲ ਵੀ ਬਹੁਤ ਲੰਮਾ ਟਾਈਮ ਉਹਨਾਂ ਨੇ ਕੰਮ ਕੀਤਾ। 26 ਜੁਲਾਈ ਮਤਲਬ ਸੋਮਵਾਰ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਸਾਨੂੰ ਬੜਾ ਅਫਸੋਸ ਹੈ ਔਰ ਅਸੀਂ ਉਹਨਾਂ ਦੀ ਚਰਨਾਂ ਦੇ ਵਿੱਚ ਬੜੇ ਸਨ। ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਔਰ ਪਰਿਵਾਰ ਦੇ ਨਾਲ ਬਹੁਤ ਆਪਣੀ ਵੱਲੋਂ ਕਾਂਸ਼ੀ ਟੀਵੀ ਵੱਲੋਂ ਸ਼ੋਕ ਜ਼ਾਹਰ ਕਰਦੇ ਹਾਂ। ਦਵਿੰਦਰ ਜੀ, ਤੁਸੀਂ ਕੀ ਕਹਿਣਾ? ਥੈਂਕ ਯੂ ਜੀ। ਤੁਹਾਡੇ ਸ਼ਹਿਰ ਦੇ ਸੀ? ਸਾਡੇ ਸ਼ਹਿਰ ਦੇ ਨਹੀਂ ਸੀ ਜੀ, ਸਾਡੇ ਪਰਿਵਾਰ ਦੇ ਸੀ, ਸਾਡੇ ਬਜ਼ੁਰਗ। ਅਸੀਂ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਸੀ, ਸੰਬੋਧਨ ਕਰਦੇ ਸੀ। ਔਰ ਉਹਨਾਂ ਦੀ ਸਤਿਛਾਇਆ ਥੱਲੇ ਅਸੀਂ ਮਤਲਬ ਗਰੋਨ ਅਪ ਹੋਏ ਹਾਂ। ਪੂਰੀ ਲਾਈਫ ਦੇ ਵਿੱਚ ਉਹਨਾਂ ਕੋਲ ਬਹੁਤ ਕੁਝ ਸਿੱਖਿਆ। ਉਹ ਮਤਲਬ ਜਦੋਂ ਸਕੂਲ ਦੇ ਵਿੱਚ ਅਸੀਂ ਛੋਟੇ ਹੁੰਦੇ ਤਾਂ ਉਹ PT ਹੁੰਦੇ ਸੀ। ਅੱਛਾ। ਜਦੋਂ ਉਹਨਾਂ ਦੀ ਲੌਂਗ ਟਾਈਮ ਦੀ ਸਟਾਰਟ ਵੈਰੀ ਗੁੱਡ ਹੈਗੇ, ਉਹ ਡਿਸਿਪਲਿਨ ਦੇ ਬੜੇ ਪੱਕੇ, ਬੜੇ ਪਾਬੰਦ ਜੀ। ਪਰ ਜਿਹੜਾ ਉਹਨਾਂ ਦਾ ਮੇਨ ਅੱਜ ਦਾ ਜਿਹੜਾ ਗੱਲ ਹੈਗੀ ਆ ਕਿ ਜਿਹੜੀ ਬਾਮ ਸੇਫ ਬਣੀ ਹੈਗੇ, ਉਹਦੇ ਫਾਊਂਡਰ ਮੈਂਬਰਾਂ ਦੇ ਵਿੱਚੋਂ ਇੱਕ ਸਨ। ਸੋ ਉਸ ਟਾਈਮ ਤੋਂ ਐਕਚੁਅਲੀ ਅੰਬੇਡਕਰੀ ਵਿਚਾਰਧਾਰਾ ਨਾਲ ਤਾਂ ਮੂਵਮੈਂਟ ਨਾਲ ਤਾਂ ਪਹਿਲਾਂ ਤੋਂ ਹੀ ਜੁੜੇ ਸੀ, ਰਿਪਬਲਿਕਨ ਪਾਰਟੀ ਦੇ ਟਾਈਮ ਤੋਂ ਹੀ। ਫਿਰ ਪਰ ਜਿਹੜੇ ਬਾਮ ਸੇਫ ਬਣੀ ਹੈਗੀ ਆ, ਉਹਦੇ ਵਿੱਚ ਵੀ ਫਾਊਂਡਰਸ ਮੈਂਬਰਾਂ ਦੇ ਵਿੱਚੋਂ ਇੱਕ ਸਨ। ਔਰ ਉਸ ਤੋਂ ਬਾਅਦ DS4 ਦੇ ਵਿੱਚ ਔਰ BSP ਵਿੱਚ ਬਹੁਤ ਕੰਮ ਕੀਤਾ। ਮਤਲਬ ਸਾਡੇ ਇਲਾਕੇ ਵਿੱਚ, ਨਕੋਦਰ ਦੇ ਇਲਾਕੇ ਦੇ ਵਿੱਚ ਅੰਬੇਡਕਰੀ ਮੂਵਮੈਂਟ ਔਰ BSP ਦੀ ਜਿਹੜੀ ਮੂਵਮੈਂਟ ਹੈਗੀ ਆ, ਸਾਬਕਾ ਕਾਂਸ਼ੀ ਰਾਮ ਉਹਨਾਂ ਦੀ ਮੂਵਮੈਂਟ ਆ, ਉਹਨਾਂ ਵਿੱਚ ਮਤਲਬ ਇੱਕ ਜਾਣੀ ਪਹਿਚਾਣੀ ਹਸਤੀ ਸੀ ਜੀ। ਔਰ ਮੁੱਢ ਜਿਹੜੀ BSP ਦਾ ਬਹੁਜਨ ਸਮਾਜ ਪਾਰਟੀ ਦੀ ਮੂਵਮੈਂਟ ਦਾ ਨਕੋਦਰ ਦੇ ਇਲਾਕੇ ਦੇ ਵਿੱਚ ਜਿਹੜਾ ਮੁੱਢ ਬੰਨਣ ਵਾਲੇ ਉਹ ਮਤਲਬ ਬਜ਼ੁਰਗ ਸਨ, ਮਾਸਟਰ ਦੌਲਤ ਰਾਮ ਜੀ। ਔਰ ਉਹਨਾਂ ਨੇ ਬਹੁਤ ਕੰਮ ਕੀਤਾ। ਔਰ ਉਹਨਾਂ ਨੇ ਜਲੰਧਰ ਦੇ ਵਿੱਚ 1992 ਦੇ ਵਿੱਚ ਜਲੰਧਰ ਜਨਰਲ ਸੀਟ ਦੇ ਉੱਤੇ ਇਲੈਕਸ਼ਨ ਵੀ ਲੜਿਆ ਸੀ। ਅਵਤਾਰ ਹੈਨਰੀ ਉਦੋਂ ਕਾਂਗਰਸ ਵੱਲੋਂ ਜਿੱਤ ਗਿਆ ਸੀਗੇ, ਜਿੱਤ ਨਹੀਂ ਸਕੇ। ਪਰ ਉਹਦੇ ਵਾਸਤੇ ਇਹਨਾਂ ਨੂੰ ਸਾਬਕਾ ਕਾਂਸ਼ੀ ਰਾਮ ਨੇ ਕਿਹਾ ਸੀ ਵੀ ਤੁਸੀਂ ਇਲੈਕਸ਼ਨ ਲੜਨਾ। ਔਰ ਇਹ ਆਪਣੀ ਜੌਬ ਛੱਡ ਕੇ ਮਤਲਬ ਇਹਨਾਂ ਨੇ ਫਿਰ ਇਲੈਕਸ਼ਨ ਲੜਿਆ ਸੀ। ਮਤਲਬ ਇਸ ਤਰੀਕੇ ਦੀਆਂ ਉਹਨਾਂ ਦੀਆਂ ਕੁਰਬਾਨੀਆਂ ਹੈਗੀਆਂ। ਔਰ ਵੈਲ ਨੋਨ ਪਰਸਨੈਲਿਟੀ, ਇੱਥੇ ਵੀ ਉਹਨਾਂ ਦੇ ਬਹੁਤ ਜਾਣਕਾਰ ਹੈਗੇ। ਔਰ ਬਹੁਤ ਸਾਰੇ ਸਾਥੀਆਂ ਦਾ ਮੈਨੂੰ ਫੋਨ ਵੀ ਆਇਆ ਉਹਨਾਂ ਦੇ ਅਫਸੋਸ ਵਾਸਤੇ, ਉਹਨੂੰ ਸ਼ਰਧਾਂਜਲੀ ਦੇਣ ਵਾਸਤੇ। ਉਹ ਜਿਹਨਾਂ ਵੀ ਸਾਥੀਆਂ ਦਾ ਫੋਨ ਆਇਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਜਿਹੜਾ ਦੁੱਖ ਹੈਗਾ ਉਹ ਸਾਂਝਾ ਕੀਤਾ ਹੈਗਾ। ਔਰ ਮੈਂ ਆਪਣੇ ਵੱਲੋਂ ਫਿਰ ਮਾਸਟਰ ਦੌਲਤ ਰਾਮ ਜੀ ਨੂੰ ਇੱਕ ਵਾਰੀ ਬਹੁਤ ਬਹੁਤ ਸ਼ਰਧਾਂਜਲੀ ਅਰਪਿਤ ਕਰਦਾ। ਔਰ ਮੈਂ ਪੂਰੇ ਪਰਿਵਾਰ ਦੇ ਨਾਲ, ਮੈਂ ਪਰਿਵਾਰ ਦਾ ਖੁਦ ਹਿੱਸਾ ਉਸਦਾ। ਸੋ ਇੱਕ ਵਾਰੀ ਫਿਰ ਬਹੁਤ ਬਹੁਤ ਸ਼ਰਧਾਂਜਲੀ ਮਾਸਟਰ ਦੌਲਤ ਰਾਮ ਹੁਣਾਂ ਨੂੰ। ਬਹੁਤ ਲਾਈਫ ਲੌਂਗ ਉਹਨਾਂ ਦੀ ਦੇਣ ਹੈ ਹਾਂਜੀ ਮੂਵਮੈਂਟ ਨੂੰ। ਪਿਆਰੇ ਦਰਸ਼ਕੋ, ਅੱਜ ਅਸੀਂ ਇਹੋ ਜਿਹਾ ਜਿਹੜਾ ਵਿਸ਼ਾ ਫਿਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਉਹ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਸਾਡਾ, ਉਹ ਇੱਕ ਸਪੈਸ਼ਲ ਹੈ। ਉਹ ਬਿਲਕੁਲ ਨਹੀਂ ਭੁੱਲਣਾ। ਉਹ ਸਪੈਸ਼ਲ ਇਸ ਕਰਕੇ ਹੈ ਕਿ ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਭਾਰਤ ਦੇ ਦਬੇ ਕੁਚਲੇ ਜਾਂ ਦਲਿਤ ਜਾਂ ਛੂਤ, ਜੋ ਮਰਜ਼ੀ ਕਹਿ ਦਿਓ, OBC ST ਔਰ ST ਜਾਂ OBC ਸ਼ਡਿਊਲ ਕਾਸਟ, ਉਹਨਾਂ ਦੇ ਬੁਨਿਆਦੀ ਹੱਕਾਂ ਬਾਰੇ ਪਾਰਲੀਮੈਂਟ ਦੇ ਵਿੱਚ ਕਾਫੀ ਬਹਿਸ ਹੋਈ, ਰੈਜ਼ੋਲੂਸ਼ਨ ਵੀ ਪੇਸ਼ ਕੀਤਾ ਔਰ ਉਹਦੇ 'ਤੇ ਜਵਾਬ ਤਲਬੀ ਵੀ ਹੋਈ। ਇਹਦੇ ਬਾਰੇ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਇੱਕ ਸਪੈਸ਼ਲ ਤੁਹਾਡੇ ਸਾਹਮਣੇ ਰੱਖਾਂਗੇ। ਔਰ ਇਹੋ ਜਿਹੇ ਲੈਵਲ ਦੇ ਉੱਤੇ ਜਿਹੜੀਆਂ ਗੱਲਾਂ ਹੁੰਦੀਆਂ ਉਹ ਕਦੀ ਕਦੀ ਹੁੰਦੀਆਂ ਹਨ ਔਰ ਆਮ ਲੋਕਾਂ ਨੂੰ ਪਤਾ ਵੀ ਨਹੀਂ ਚੱਲਦਾ। ਔਰ ਅਸੀਂ ਉਹ ਜੋ ਕੁਛ ਵੀ ਪਾਰਲੀਮੈਂਟ ਦੇ ਵਿੱਚ ਹੋਇਆ ਅਗਲੇ ਹਫ਼ਤੇ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਾਂਗੇ। ਪਲੀਜ਼
ਤੁਸੀਂ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹਿਣਾ, ਦੇਖਦੇ ਰਹਿਣਾ। ਅੱਜ ਪਿਆਰੇ ਦਰਸ਼ਕੋ, ਇਹੋ ਜਿਹੀ ਇੱਕ ਗੱਲ ਹੈਗੀ ਆ ਕਿ ਇਤਿਹਾਸਕ ਮਾਸਟਰ ਹੁਣਾਂ ਦੀ ਗੱਲ ਦੱਸੀ, ਔਰ ਅੱਜ ਇਤਿਹਾਸਕ ਗੱਲਾਂ ਕੁਝ ਹੋਰ ਕਰ ਰਹੇ ਹਾਂ ਤੁਹਾਡੇ ਨਾਲ। ਭਾਰਤ ਜਿਹੜਾ ਹੈਗਾ ਇਹਨੂੰ ਆਜ਼ਾਦ ਹੋਏ ਨੂੰ ਪਿਆਰੇ ਦਰਸ਼ਕੋ 74 ਸਾਲ ਹੋ ਚੁੱਕੇ ਹਨ। ਆਜ਼ਾਦੀ ਦੇ ਪਿੱਛੇ ਬਹੁਤ ਸਾਰੀਆਂ ਦਰਦਨਾਕ ਕਹਾਣੀਆਂ ਔਰ ਆਜ਼ਾਦੀ ਦਾ ਇਤਿਹਾਸ ਹੈ। ਜ਼ੁਲਮ, ਸਿਤਮ, ਖੂਨ ਖਰਾਬੇ ਦਾ ਇਤਿਹਾਸ ਹੈ। ਗੁਲਾਮੀ ਅਤੇ ਜਹਾਲਤ ਦਾ ਇਤਿਹਾਸ ਹੈ ਪਿਆਰੇ ਦਰਸ਼ਕੋ। ਸ਼ਹੀਦਾਂ ਦੇ ਖੂਨ ਦਾ ਇਤਿਹਾਸ ਹੈ। ਲੱਖਾਂ ਹੀ ਦਰਦਨਾਕ ਕੁਰਬਾਨੀਆਂ ਦਾ ਇਤਿਹਾਸ ਹੈ। ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੰਗਰੇਜ਼ਾਂ ਦੀਆਂ ਗੋਲੀਆਂ ਆਪਣੀ ਛਾਤੀ 'ਤੇ ਸਹਿਣ ਦਾ ਇਤਿਹਾਸ ਹੈ। ਔਰ ਹੱਸ ਕੇ ਫਾਂਸੀ ਦੇ ਫੰਦਿਆਂ ਨੂੰ ਚੁੰਮਣ ਔਰ ਉਹਨਾਂ ਦੇ ਸਿਰ 'ਤੇ ਆਜ਼ਾਦੀ ਦਾ ਜਨੂਨ ਸੀ, ਇਸ ਦਾ ਇੱਕ ਇਤਿਹਾਸ ਹੈ। ਆਪਣਾ ਦੇਸ਼, ਆਪਣੀ ਸਰਕਾਰ, ਆਪਣੇ ਲੋਕ, ਆਪਣੀ ਤਕਦੀਰ ਦੇ ਆਪ ਮਾਲਕ। ਉਹਨਾਂ ਦੀਆਂ ਕੁਰਬਾਨੀਆਂ ਕਿਸੇ ਧਰਮ ਲਈ ਨਹੀਂ ਸਨ, ਕਿਸੇ ਜਾਤ ਪਾਤ ਲਈ ਨਹੀਂ ਸਨ, ਕਿਸੇ ਸਿਆਸੀ ਪਾਰਟੀ ਜਾਂ ਸਿਆਸੀ ਮਕਸਦ ਲਈ ਨਹੀਂ ਸਨ। ਉਹਨਾਂ ਦਾ ਧਰਮ ਦੇਸ਼ ਸੀ, ਕਰਮ ਦੇਸ਼ ਸੀ, ਆਜ਼ਾਦੀ ਦੀ ਮੰਜ਼ਿਲ ਦੇਸ਼ ਸੀ ਪਿਆਰੇ ਦਰਸ਼ਕੋ। ਜੀਵਨ ਦਾ ਮਕਸਦ ਦੇਸ਼ ਦੀ ਆਜ਼ਾਦੀ ਸੀ। ਉਹਨਾਂ ਵਿੱਚੋਂ ਇੱਕ ਮਹਾਨ ਸ਼ਹੀਦ ਆਦਮ ਊਧਮ ਸਿੰਘ ਜੀ ਹੋਏ ਹਨ, ਜਿਨ੍ਹਾਂ ਦੀ ਕਿ 31 ਜੁਲਾਈ ਨੂੰ ਸ਼ਹਾਦਤ ਦਾ ਦਿਨ ਹੈ। 2 ਦਿਨ ਬਾਅਦ ਜਿਹੜਾ ਆਏਗਾ, ਕਿਉਂਕਿ ਸਾਡਾ ਵੀਰਵਾਰ ਪ੍ਰੋਗਰਾਮ, ਅੱਜ ਅਸੀਂ ਉਹਨਾਂ ਦੀ ਸ਼ਹਾਦਤ ਦੇ ਉੱਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਔਰ ਸਭ ਨੂੰ ਇਸ ਗੱਲ ਦੀ ਵਧਾਈ ਵੀ ਦਿੰਦੇ ਹਾਂ ਕਿ ਉਹਨਾਂ ਨੇ ਮੁਲਕ ਲਈ ਐਡੀ ਵੱਡੀ ਕੁਰਬਾਨੀ ਦਿੱਤੀ, ਜਿਹਦੇ ਬਾਰੇ ਅਸੀਂ ਬਿਆਨ ਕਰਾਂਗੇ ਔਰ ਅਸੀਂ ਉਹਨਾਂ ਨੂੰ ਕੋਟੀ ਪ੍ਰਣਾਮ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਦਵਿੰਦਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਥੈਂਕ ਯੂ ਵੈਰੀ ਮੱਚ ਜੀ। ਜਿੱਦਾਂ ਤੁਸੀਂ ਦੱਸਿਆ ਹੈਗਾ, ਐਕਚੁਅਲੀ ਉਹਨਾਂ ਦਾ ਜਿਹੜਾ ਜਨਮ ਸੀਗਾ ਉਹ 26 ਦਸੰਬਰ 1899 ਨੂੰ ਪਿੰਡ ਸੁਨਾਮ, ਜ਼ਿਲ੍ਹਾ ਸੰਗਰੂਰ, ਪੰਜਾਬ ਦੇ ਵਿੱਚ ਹੋਇਆ ਸੀ ਜੀ। ਔਰ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਉਹਨਾਂ ਦਾ ਜਿਹੜੀ ਉਹਨਾਂ ਨੂੰ ਫਾਂਸੀ ਦੀ ਸਜ਼ਾ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬਿਲਕੁਲ 31 ਜੁਲਾਈ 1940 ਨੂੰ ਜੀ। ਤਾਂ ਮਤਲਬ ਉਹਨਾਂ ਦੀ ਜਿਹੜੀ ਇੱਕ ਸ਼ਹੀਦ ਆਜ਼ਾਦੀ ਵਾਸਤੇ ਬਹੁਤ ਹੋਏ ਹਨ ਔਰ ਹਰ ਦਾ ਆਪਣਾ ਦਾ ਸਥਾਨ ਹੈ। ਬਿਲਕੁਲ ਉਹਦੀ ਆਪੋ ਆਪਣੇ ਥਾਂ ਬਹੁਤ ਅਹਿਮੀਅਤ ਹੈਗੀ ਆ ਜੀ। ਪਰ ਸ਼ਹੀਦ ਊਧਮ ਸਿੰਘ ਹੋਣਾ ਦਾ ਜਿਸ ਤਰੀਕੇ ਦੀ ਉਹਨਾਂ ਦੀ ਆਪਣੀ ਕੁਰਬਾਨੀ ਆ ਔਰ ਆਪਣਾ ਜਜ਼ਬਾ ਹੈ, ਉਹ ਇੱਕ ਬੇਮਿਸਾਲ ਆ। ਔਰ ਉਸ ਤਰ੍ਹਾਂ ਦੀ ਕੋਈ ਸਾਡੇ ਕੋਲ ਹੋਰ ਉਦਾਹਰਣ ਨਹੀਂ ਹੈ। ਬਿਲਕੁਲ ਕਿ ਮਤਲਬ ਇੱਕ ਘਟਨਾ ਜਿਹੜੀ 20 ਸਾਲ 21 ਸਾਲ ਪਹਿਲਾਂ ਵਾਪਰੀ ਪੰਜਾਬ ਦੇ ਵਿੱਚ ਔਰ ਉਹਦਾ ਬਦਲਾ ਆ ਕੇ ਜਿਹੜਾ ਲੰਡਨ ਦੇ ਵਿੱਚ ਲਿਆ ਜਾਵੇ, ਬਿਲਕੁਲ ਆਪਣੇ ਆਪ 'ਚ ਇਹ ਬੇਮਿਸਾਲ ਆ। ਔਰ ਸ਼ਾਇਦ ਦੁਨੀਆ ਦੀ ਆਪਣੇ ਆਪ ਦੀ ਇੱਕ ਇਹੋ ਜਿਹੀ ਮਿਸਾਲ ਹੈਗੀ ਆ ਜਿਹਨੂੰ ਅਸੀਂ ਆਪਾਂ ਅੱਜ ਯਾਦ ਕਰ ਰਹੇ ਜਿਸ ਚੀਜ਼ ਨੂੰ। ਸੋ ਇਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਜੀ। ਹਾਂ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਦਵਿੰਦਰ ਹੋਣੀ ਦੱਸਿਆ ਕਿ 26 ਦਸੰਬਰ 1899 ਨੂੰ ਉਹਨਾਂ ਦਾ ਜਨਮ ਹੋਇਆ ਔਰ ਉਹਨਾਂ ਦਾ ਪਿਛੋਕੜ ਜਿਹੜਾ ਸੀਗਾ ਉਹ ਜਾਣਨ ਦੀ ਬਹੁਤ ਜ਼ਰੂਰਤ ਹੈ। ਤੁਹਾਡੇ ਸਾਹਮਣੇ ਉਹਨਾਂ ਦੀ ਫੋਟੋ ਆ ਰਹੀ ਹੈ ਔਰ ਉਹਨਾਂ ਦਾ ਜਿਹੜਾ ਪਿਛੋਕੜ ਹੈਗਾ ਉਹ ਯੂਪੀ ਦੇ ਨਾਲ ਸੰਬੰਧ ਰੱਖਦਾ ਹੈ। ਉਹਨਾਂ ਦੇ ਮਾਤਾ ਪਿਤਾ ਜੀ ਚੂੜ ਰਾਮ ਔਰ ਮਾਤਾ ਨਰੈਣਾ ਦੇਵੀ, ਜੋ ਕਿ ਸੀਜ਼ਨਲ ਵਰਕਰ ਸਨ। ਕਦੀ ਕਸ਼ਮੀਰ ਜਾਣਾ ਉਹਨਾਂ ਨੇ ਅਤੇ ਕਦੀ ਪੰਜਾਬ ਦੇ ਵਿੱਚ ਆਉਣਾ। ਜਿਸ ਤਰ੍ਹਾਂ ਸੀਜ਼ਨਲ ਵਰਕਰ ਦਾ ਮਤਲਬ ਵਾਢੀਆਂ ਆ ਗਈਆਂ, ਕੁਛ ਹੋਰ ਆ ਗਿਆ, ਜਿਸ ਤਰ੍ਹਾਂ ਇੱਥੇ ਆਉਂਦੇ ਹੈਗੇ ਆ। ਔਰ ਉਹਨਾਂ ਦਾ ਪਿਛਲਾ ਪਿੰਡ ਜਿਹੜਾ ਯੂਪੀ 'ਚ ਉਹ ਪਟਿਆਲੀ ਪਿੰਡ ਸੀਗਾ। ਸੋ ਉੱਥੋਂ ਆਉਂਦੇ ਸੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਲਈ ਵੀ ਯੂਪੀ ਤੋਂ ਜਾਂ ਬਿਹਾਰ ਤੋਂ ਕੰਮ ਕਰਨ ਆਉਂਦੇ ਆ, ਵਾਪਸ ਚਲ ਜਾਂਦੇ ਆ। ਇਸੇ ਤਰ੍ਹਾਂ ਉਹ ਯੂਪੀ ਤੋਂ ਆਉਂਦੇ ਸਨ, ਕਦੀ ਕਸ਼ਮੀਰ 'ਚ, ਕਦੀ ਪੰਜਾਬ ਦੇ ਵਿੱਚ। ਔਰ ਉਹਨਾਂ ਦੇ ਜਿਹੜੇ ਮਾਤਾ ਪਿਤਾ ਹੈਗੇ ਆ ਉਹ ਪਟਿਆਲੀ ਤੋਂ ਆ ਕੇ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਸੁਨਾਮ ਸੰਗਰੂਰ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਕੰਮ ਕਰਨ ਦਾ ਇੱਕ ਉੱਥੇ ਟੋਲਿਆ ਔਰ ਉੱਥੇ ਉਹਨਾਂ ਨੂੰ ਇੱਕ ਸਰਦਾਰ ਮਿਲਿਆ ਜਿਹਦੇ ਉਹਨਾਂ ਨੇ ਕੰਮ ਕੀਤਾ, ਜਿਹਦਾ ਨਾਂ ਸੀਗਾ ਧੰਨਾ ਸਿੰਘ। ਧੰਨਾ ਸਿੰਘ ਜਿਹੜੇ ਸੀਗੇ ਉਹ ਸਰਕਾਰੀ ਨੌਕਰੀ 'ਤੇ ਓਵਰਸੀਅਰ ਸਨ ਔਰ ਸਹਿਜਧਾਰੀ ਸਿੱਖ ਸਨ ਔਰ ਉਹਨਾਂ ਦੀ ਪਤਨੀ ਮਾਨ ਕੌਰ, ਦੋਨੇ ਸਹਿਜਧਾਰੀ ਸਿੱਖ ਸਨ।
ਔਰ ਉਹਨਾਂ ਦੇ ਨਾਲ ਉਹਨਾਂ ਦਾ ਵਾਕਫੀਤ ਹੋਈ, ਉਹਨਾਂ ਦੇ ਖੇਤਾਂ 'ਚ ਕੰਮ ਕਰਨ ਲੱਗੇ। ਔਰ ਜਿਹੜੇ ਚੂਰ ਰਾਮ ਸਨ ਉਹਨਾਂ ਨੇ ਉੱਥੇ ਰੇਲਵੇ ਲਾਈਨ 'ਤੇ ਸਿਗਨਲ ਦਾ ਕੰਮ ਜਿਹੜਾ ਸੀਗਾ ਉਹਨਾਂ ਨੂੰ ਲੈ ਕੇ ਦਿੱਤਾ, ਕਿਉਂਕਿ ਆਪ ਓਵਰਸੀਜ਼ ਸਨ। ਉਹਨਾਂ ਦਾ ਥੋੜ੍ਹਾ ਜਿਹਾ ਇਹ ਸੀਗਾ ਕਿ ਪਤਾ ਵੀ ਸੀਗਾ ਜੋਬ ਦਾ ਜਾਂ ਕਿਸ ਤਰ੍ਹਾਂ, ਬਾਕੀ ਜਿਹੜਾ ਸੀਗਾ ਕੰਮ ਉਹਨਾਂ ਦੇ ਖੇਤਾਂ 'ਚ ਉਹ ਕਰਦੇ ਸਨ। ਔਰ ਇਹ ਹੈ ਕਿ ਥੋੜ੍ਹੀ ਦੇਰ ਤੋਂ ਬਾਅਦ ਘਰ ਦੇ ਵਿੱਚ ਮਾਹੌਲ ਇਹੋ ਜਿਹਾ ਹੋਇਆ, ਕਿਉਂਕਿ ਸਿੱਖੀ ਪ੍ਰਚਾਰ ਦਾ ਸੀਗਾ ਔਰ ਉਹਨਾਂ ਦੇ ਸਿੱਖੀ ਪ੍ਰਚਾਰ ਤੋਂ ਬੜੇ ਪ੍ਰਭਾਵਿਤ ਹੋਏ। ਆਮ ਤੁਸੀਂ ਜਾਣਦੇ ਆ ਕਿ ਇਸ ਲਈ ਵੀ ਜਿਹੜੇ ਪਿੰਡਾਂ ਦੇ ਵਿੱਚ ਹਾਲਾਤ ਹਨ ਪੁਰਾਣੇ ਜ਼ਮਾਨੇ 'ਚ, ਜਿਸ ਪਿੰਡ ਦੇ ਵਿੱਚ ਜ਼ਿਆਦਾ ਸਿੱਖ ਸਨ ਉੱਥੇ ਗੁਰਦੁਆਰੇ ਸਨ ਔਰ ਲੋਕ ਗੁਰਦੁਆਰੇ ਜਾਂਦੇ ਸਨ। ਜਿਸ ਪਿੰਡ ਦੇ ਵਿੱਚ ਮੁਸਲਮਾਨ ਸਨ ਉੱਥੇ ਨਮਾਜ਼ਾਂ ਪੜ੍ਹਦੇ ਸਨ, ਆਪਣੇ ਲੋਕ ਵੀ ਬਹੁਤ ਸਾਰੇ ਨਮਾਜ਼ਾਂ ਪੜ੍ਹਦੇ ਸਨ, ਉੱਥੇ ਜਾਂਦੇ ਸਨ। ਸੋ ਇਹੋ ਜਿਹਾ ਕੰਮ ਸੀਗਾ। ਆਪਣੇ ਗੁਰਦੁਆਰੇ ਬਹੁਤ ਘੱਟ ਸਨ, ਇਹ ਆਜ਼ਾਦੀ ਤੋਂ ਬਾਅਦ ਬਣਨੇ ਸ਼ੁਰੂ ਹੋਏ। ਔਰ ਇਹ ਹੋਇਆ ਕਿ ਜਿਹੜਾ ਚੂੜ ਰਾਮ ਸੀਗਾ ਜਾਂ ਉਹਨਾਂ ਦੀ ਪਤਨੀ ਸੀ, ਉਹਨਾਂ ਨੇ ਧੰਨਾ ਸਿੰਘ ਔਰ ਉਹਨਾਂ ਦੀ ਪਤਨੀ ਮਾਨ ਕੌਰ ਨੇ ਅੰਮ੍ਰਿਤ ਛਕਾ ਕੇ ਅੰਮ੍ਰਿਤਧਾਰੀ ਬਣਾ ਲਿਆ ਔਰ ਉਹਨਾਂ ਦਾ ਜਿਹੜਾ ਨਾਂ ਵੀ ਬਦਲ ਦਿੱਤਾ। ਨਾਂ ਬਦਲ ਕੇ ਚੂੜ ਰਾਮ ਤੋਂ ਟਹਿਲ ਸਿੰਘ ਉਹਨਾਂ ਦਾ ਨਾਂ ਰੱਖਿਆ ਔਰ ਨਰੈਣਾ ਦੇਵੀ ਤੋਂ ਹਰਨਾਮ ਕੌਰ ਹੈ ਜੀ। ਔਰ ਪਿਆਰੇ ਦਰਸ਼ਕੋ, ਇਹ ਆ ਕਿ ਉੱਥੇ ਹੀ ਜਾਂ ਫਿਰ ਯੂਪੀ ਦੇ ਵਿੱਚ ਵਾਪਸ ਜਾ ਕੇ ਉਹਨਾਂ ਦੇ 2 ਬੇਟੇ ਹੋਏ ਔਰ ਇੱਕ ਦਾ ਨਾਂ ਮੁੱਕਾ ਸਿੰਘ ਔਰ ਦੂਸਰੇ ਦਾ ਨਾਂ ਸ਼ੇਰ ਸਿੰਘ। ਔਰ ਰੱਬ ਦਾ ਭਾਣਾ ਯੂਪੀ ਜਾ ਕੇ ਨਹੀਂ, ਸੁਨਾਮ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਅੱਛਾ, ਕਿਉਂ ਫਿਰ ਆ ਕੇ ਸੁਨਾਮ ਵਿੱਚ ਹੀ ਦਾ ਨਾ ਪੱਕੇ ਤੌਰ ਤੇ ਪੰਜਾਬ 'ਚ ਹੀ ਨਹੀਂ ਸੈਟਲ ਹੋ ਗਿਆ। ਚਲੋ ਇਹ ਪੰਜਾਬ 'ਚ ਉਹਨਾਂ ਦਾ ਜਨਮ ਹੋਇਆ। ਔਰ ਉਸ ਤੋਂ ਬਾਅਦ ਇਹ ਆ ਕਿ ਕੁਦਰਤ ਦਾ ਭਾਣਾ ਇਹੋ ਜਿਹਾ ਵਰਤਿਆ ਪਿਆਰੇ ਦਰਸ਼ਕੋ ਕਿ 5-6 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਜਿਹੜੇ ਸੀਗੇ ਦੋਨੋਂ ਚਲਾਣਾ ਕਰ ਗਏ। ਔਰ ਚਲਾਣਾ ਕਰਨ ਤੋਂ ਬਾਅਦ ਇਹ ਹੋਇਆ ਕਿ 1907 ਦੇ ਵਿੱਚ ਸਰਦਾਰ ਧੰਨਾ ਸਿੰਘ ਨੇ ਉਹਨਾਂ ਨੂੰ ਅੰਮ੍ਰਿਤਸਰ ਖਾਲਸਾ ਔਰਫਨੇਜ ਜਿਹੜਾ ਯਤੀਮਖਾਨਾ ਸੀਗਾ ਉੱਥੇ ਉਹਨਾਂ ਨੂੰ ਯਤੀਮਖਾਨੇ ਭਰਤੀ ਕਰਾਇਆ, ਛੱਡਿਆ ਹੈ ਜੀ। 5-6 ਸਾਲ ਦੀ ਉਮਰ ਸੀਗੀ ਔਰ ਉੱਥੇ ਯਤੀਮਖਾਨੇ ਦੇ ਵਿੱਚ ਵੀ ਪਿਆਰੇ ਦਰਸ਼ਕੋ ਉਹਨਾਂ ਦੇ ਜਿਹੜੇ ਨਾਂ ਹੈਗੇ ਆ ਉਹ ਵੀ ਬਦਲ ਦਿੱਤੇ। ਔਰ ਸਾਧੂ ਸਿੰਘ ਜਿਹੜਾ ਸੀਗਾ ਰੱਖਿਆ ਸੀਗਾ ਊਧਮ ਸਿੰਘ ਦਾ ਨਾਂ, ਔਰ ਉਹਨਾਂ ਨੇ ਬਦਲ ਕੇ ਸ਼ੇਰ ਸਿੰਘ ਸੀਗਾ, ਸ਼ੇਰ ਸਿੰਘ ਤੋਂ ਸਾਧੂ ਸਿੰਘ ਰੱਖਿਆ ਸੀ ਔਰ ਉਹਨੂੰ ਬਦਲ ਕੇ ਉਹਨਾਂ ਨੇ ਊਧਮ ਸਿੰਘ ਰੱਖ ਦਿੱਤਾ ਹੈ ਜੀ। ਔਰ ਉਹਨਾਂ ਦਾ ਜਿਹੜਾ ਮੁੱਕਾ ਸਿੰਘ ਭਾਈ ਸੀਗਾ ਉਹਦਾ ਕੋਈ ਪਤਾ ਨਹੀਂ ਲੱਗਾ ਬਾਅਦ ਦੇ ਵਿੱਚ। ਉਹ ਕੋਈ ਕਹਿੰਦੇ ਆ ਵੀ ਸਾਧ ਬਣ ਗਿਆ ਸੀਗਾ, ਕੋਈ ਮੁੜ ਕੇ ਆਇਆ ਨਹੀਂ, ਇਹੋ ਜਿਹੀਆਂ ਗੱਲਾਂ ਬਹੁਤ ਹੋਈਆਂ। ਔਰ ਉਹ ਜਿਹੜਾ ਯਤੀਮਖਾਨਾ ਸੀਗਾ ਉੱਥੇ ਊਧਮ ਸਿੰਘ ਉਹਨਾਂ ਨੇ 10ਵੀਂ ਜਮਾਤ ਪਾਸ ਕੀਤੀ ਔਰ 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਪਿਆਰੇ ਦਰਸ਼ਕੋ ਉਹਨਾਂ ਨੇ ਕੁਛ ਲੱਕੜੀ ਦਾ ਕੰਮ, ਦਸਤਕਾਰੀ ਦਾ ਕੰਮ ਇਹੋ ਜਿਹਾ ਵੀ ਸਿੱਖਿਆ। ਔਰ ਕਿਉਂਕਿ ਸਰੀਰ ਦੇ ਉਹ ਬੜੇ ਤਕੜੇ ਸਨ, ਤੁਸੀਂ ਜਿਸ ਤਰ੍ਹਾਂ ਫੋਟੋ 'ਤੇ ਵੀ ਦੇਖਿਆ ਹੈਗਾ, ਉਹਨਾਂ ਦਾ ਸ਼ੌਕ ਹੋ ਗਿਆ ਕੁਸ਼ਤੀ ਵੀ ਕਰਨਾ ਔਰ ਕਈ ਗੱਲਾਂ ਵਿੱਚ ਮਿਊਜ਼ਿਕ, ਗਿਟਾਰ, ਸਿਤਾਰ ਜਿਹੀ ਵਜਾਉਣਾ ਜਾਂ ਢੋਲਕੀ ਵਜਾਉਣਾ, ਇਹੋ ਜਿਹਾ ਵੀ ਸ਼ੌਂਕ ਉਹਨਾਂ ਦੇ ਹੋ ਗਏ ਜੀ। ਸੋ ਪਿਆਰੇ ਦਰਸ਼ਕੋ, ਇਹ ਉਹਨਾਂ ਦੀ ਮੁੱਢਲੀ ਲਾਈਫ ਸੀਗੀ। ਤੁਸੀਂ ਇਹਦੇ ਬਾਰੇ ਕੀ ਕੁਝ ਕਹਿਣਾ? ਹਾਂ, ਦੈਟਸ ਵੈਰੀ ਗੁੱਡ ਜੀ। ਉਹਨਾਂ ਨੇ ਮੈਟ੍ਰਿਕ ਜਿਹੜੀ ਪਾਸ ਕੀਤੀ ਨਾ 1916 ਦੇ ਵਿੱਚ ਕੀਤੀ ਔਰ ਕਾਫੀ ਚੰਗੇ ਨੰਬਰਾਂ ਦੇ ਵਿੱਚ ਉਹ ਪਾਸ ਹੋਏ ਔਰ ਉਹਦੇ ਵਿੱਚ ਪੰਜਾਬੀ, ਉਰਦੂ, ਅੰਗਰੇਜ਼ੀ ਅਤੇ ਹਿੰਦੀ ਜਿਹੜੀ 4 ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਮੈਟ੍ਰਿਕ ਪਾਸ ਕੀਤੀ। ਮਤਲਬ ਹੀ ਵਾਜ਼ ਆਲਰੇਡੀ ਕਾਫੀ ਬ੍ਰਿਲੀਅੰਟ ਸਟੂਡੈਂਟ ਸੀਗੇ ਜੀ। ਸੋ ਉਸ ਵੇਲੇ ਜਿਹੜੀਆਂ ਭਾਸ਼ਾਵਾਂ ਜਿੰਨੀਆਂ ਵੀ ਅਵੇਲੇਬਲ ਸੀਗੀਆਂ ਉਹ ਸਾਰੀਆਂ ਮੈਟ੍ਰਿਕ ਦੇ ਵਿੱਚ ਸੀਗੀਆਂ, ਤਾਂ ਉਹਨਾਂ ਨੇ ਉਹਦੇ ਵਿੱਚੋਂ ਪਾਸ ਕੀਤਾ ਜੀ। ਉਸ ਤੋਂ ਬਾਅਦ ਜਿੱਦਾਂ ਹੈ ਉਹ ਕੰਮਾਂ ਕਾਰਾਂ ਦੇ ਵਿੱਚ ਹੀ ਲੱਗ ਪਿਆ, ਆਪਣਾ ਕੰਮ ਜਿਹੜਾ ਬਿਜ਼ਨਸ ਵਗੈਰਾ ਕੀਤਾ। ਔਰ ਜਿਹੜਾ ਟਰਨ-ਓਵਰ ਹੁੰਦਾ, ਜਿਹੜਾ ਪ੍ਰੋਗਰਾਮ ਹੁੰਦਾ ਹੈਗਾ ਹਾਂਜੀ, ਜਿਹੜਾ 13 ਅਪ੍ਰੈਲ 1919 ਨੂੰ ਜੀ ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਮਾਸਕਰ ਹੁੰਦਾ, ਕਤਲੇਆਮ ਹੁੰਦਾ, ਉਹ ਜਿਹੜਾ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਬਣਦਾ ਹੈਗਾ ਜੀ। ਪਰ ਉਹਦਾ ਜਿਹੜਾ ਇੱਕ ਪਿਛੋਕੜ ਹੈਗਾ ਵੀ ਉਹ ਐਕਚੁਅਲੀ ਜਲਿਆਂਵਾਲਾ ਬਾਗ ਕੀ ਸੀ, ਉਹ ਕਿਉਂ ਹੋਇਆ, ਉਹਦਾ ਆਪਣਾ ਇਤਿਹਾਸ ਹੈਗਾ ਜਿਹਦੇ ਬਾਰੇ ਆਈ ਥਿੰਕ ਦਰਸ਼ਕਾਂ ਨੂੰ ਸਾਂਝੀ ਕਰਨੀ, ਜਾਣਕਾਰੀ ਜਿਹੜੀ ਹੈਗੀ ਉਹ ਸਾਂਝਾ ਕਰਨੀ ਜ਼ਰੂਰੀ ਆ। ਉਹਦਾ ਪਿਛੋਕੜ ਇਹ ਆ ਕਿ ਜਿਹੜਾ ਵਰਲਡ ਵਾਰ ਫਸਟ ਹੋਈ ਹੈ, ਵਰਲਡ ਵਾਰ ਪਹਿਲੀ ਦੁਨੀਆ ਦੀ ਜੰਗ ਜਿਹੜੀ ਹੋਈ ਜੀ,
ਉਹਦੇ ਵਿੱਚ ਭਾਰਤ ਦੇ ਵੀ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ। ਬਿਲਕੁਲ, ਹਾਂਜੀ। ਬਹੁਤ ਸਾਰੇ ਸੋਲਜਰ ਜਿਹੜੇ ਸੀਗੇ ਉਹ ਲਏ। ਹਾਂ। ਔਰ ਜਿਹੜੇ ਉਸ ਵਰਲਡ ਵਾਰ ਫਸਟ ਵਿੱਚੋਂ ਬਚ ਕੇ ਕੁਝ ਲੋਕ ਪੰਜਾਬ ਦੇ ਆ ਗਏ ਜੀ। ਔਰ ਉਹਨਾਂ ਲੋਕਾਂ ਨੇ ਸੋਚਿਆ ਵੀ ਅਸੀਂ ਬਚ ਕੇ ਆਏ ਆ ਏਡੀ ਵੱਡੀ ਲੜਾਈ ਦੇ ਵਿੱਚੋਂ, ਬਿਲਕੁਲ, ਵੀ ਕਿਉਂ ਨਾ ਪ੍ਰਮਾਤਮਾ ਦਾ, ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਵੇ, ਉਹਦਾ ਧੰਨਵਾਦ ਕੀਤਾ ਜਾਵੇ। ਜੀ ਜੀ। ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ ਜਾਵੇ, ਉੱਥੇ ਦੇਖ ਦਿੱਤੀ ਜਾਵੇ। ਔਰ ਜਦੋਂ ਉਹਨਾਂ ਨੇ ਇਸ ਤਰੀਕੇ ਨਾਲ ਕੀਤਾ ਔਰ ਉੱਥੇ ਆਪਣਾ ਪ੍ਰੋਗਰਾਮ ਕਰਨਾ ਚਾਹਿਆ ਹਰਿਮੰਦਰ ਸਾਹਿਬ ਦੇ ਅੰਦਰ ਜੀ, ਤੇ ਉੱਥੇ ਦੇ ਜਿਹੜੇ ਉਸ ਵੇਲੇ ਜਿਹੜੇ ਆਗੂ ਸੀਗੇ ਜੀ, ਪ੍ਰਬੰਧਕ ਸੀਗੇ, ਉਹਨਾਂ ਨੇ ਕਿਹਾ ਕਿ ਤੁਸੀਂ ਛੋਟੀ ਜਾਤ ਦੇ ਹੋ, ਚੂੜੇ ਚਮਾਰਾਂ ਨੂੰ ਇੱਥੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ। ਬਿਲਕੁਲ। ਤੁਸੀਂ ਇੱਥੇ ਆ ਕੇ ਦੇਗ ਨਹੀਂ ਦੇ ਸਕਦੇ, ਇੱਥੇ ਪਾਠ ਨਹੀਂ ਕਰਵਾ ਸਕਦੇ ਤੁਸੀਂ। ਸੋ ਉਹਨਾਂ ਨੇ ਕਿਹਾ ਵੀ ਅਸੀਂ ਮੁਲਕ ਵਾਸਤੇ ਲੜਦੇ ਆ, ਇਹ ਲੋਕ ਬਾਹਰ ਤੱਕ ਗਏ ਆ, ਉੱਥੇ ਸਾਨੂੰ ਅੰਗਰੇਜ਼ਾਂ ਨੇ ਕਿਤੇ ਪਿੱਟ ਨਹੀਂ ਹੋਏ, ਉਹਨਾਂ ਨੇ ਜਾਤ ਪਾਤ ਨਹੀਂ ਸਾਡੇ ਨਾਲ ਕੀਤੀ, ਕਿਸੇ ਹੋਰ ਨੇ ਨਹੀਂ ਕੀਤੀ ਜੀ। ਯੂ ਨੋ ਵੀ ਅਸੀਂ ਗੁਰੂ ਘਰ ਦੇ ਵਿੱਚ ਆਏ ਆ, ਇੱਥੇ ਸਾਡੇ ਨਾਲ ਜਾਤ ਪਾਤ ਹੁੰਦੀ ਆ, ਬਿਲਕੁਲ ਬਿਲਕੁਲ, ਨਫ਼ਰਤ ਹੁੰਦੀ ਆ। ਉਹਨਾਂ ਨੇ ਕਿਹਾ, ਫਿਰ ਉਹਨਾਂ ਨੇ ਇੱਕ ਮੀਟਿੰਗ ਰੱਖੀ ਜੀ, ਜਿਹੜੀ ਕਿ 13 ਅਪ੍ਰੈਲ 1919 ਨੂੰ ਸੀ। ਇੱਕ ਮੀਟਿੰਗ ਰੱਖੀ ਜਿਹਦੇ ਵਿੱਚ ਉਹਨਾਂ ਨੇ ਮਤਲਬ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ, ਜਿੰਨੇ ਆਪਣੀ ਉਹਨਾਂ ਦੀ ਕਮਿਊਨਿਟੀ ਦੇ ਲੋਕ ਸੀਗੇ ਕਿ ਆਓ ਔਰ ਇਹਦੇ ਬਾਰੇ ਵਿਚਾਰ ਕਰੀਏ ਵੀ ਸਾਨੂੰ ਕੀ ਕਰਨਾ ਚਾਹੀਦਾ, ਵੀ ਸਾਨੂੰ ਕਿਉਂ ਨਹੀਂ ਜਾਣ ਦਿੰਦੇ ਗੁਰਦੁਆਰੇ ਸਾਹਿਬ ਜੀ। ਤੇ ਇਸ ਕਰਕੇ ਉਹਨਾਂ ਨੇ ਮੀਟਿੰਗ ਰੱਖੀ, ਉੱਥੇ ਹਜ਼ਾਰਾਂ ਬੰਦੇ ਇਕੱਠੇ ਹੋਏ ਜੀ, ਜਲਿਆਂਵਾਲੇ ਬਾਗ ਦੇ ਵਿੱਚ। ਉਹ ਜਿਹੜੀ ਮੀਟਿੰਗ ਉਹਨੂੰ ਉਹਦਾ ਪ੍ਰਬੰਧ ਕੀਤਾ ਗਿਆ। ਔਰ ਦੱਸਿਆ ਜਾਂਦਾ ਕਿ ਕਰਕੇ ਉਸ ਵੇਲੇ ਇੱਕ ਆਜ਼ਾਦੀ ਦੀ ਮੂਵਮੈਂਟ ਵੀ ਨਾਲ ਚੱਲਦੀ ਸੀ। ਬਿਲਕੁਲ ਬਿਲਕੁਲ। ਔਰ ਅੰਗਰੇਜ਼ਾਂ ਨੂੰ ਇਹ ਵੀ ਸੀਗਾ ਕਿ ਕੋਈ ਆਜ਼ਾਦੀ ਦੀ ਮੂਵਮੈਂਟ ਜਿਹੜੀ ਹੈਗੀ ਉਹ ਸਾਡੇ ਖਿਲਾਫ ਕੋਈ ਸਾਜ਼ਿਸ਼ ਨਾ ਹੋ ਜਾਏ, ਜਿਹੜੇ ਲੋਕਾਂ ਨੂੰ ਇਕੱਠੇ ਹੋਣ ਤੋਂ ਵੀ ਰੋਕਦੇ ਸੀਗੇ। ਪਰ ਕਿਸੇ ਨੇ ਚੁਗਲੀ ਕੀਤੀ ਕਿ ਆਹ ਜਿਹੜੀ 13 ਅਪ੍ਰੈਲ 1919 ਨੂੰ ਮੀਟਿੰਗ ਹੋ ਰਹੀ ਆ ਨਾ, ਇਹ ਇੱਕ ਅੰਗਰੇਜ਼ਾਂ ਦੇ ਖਿਲਾਫ ਸਾਜ਼ਿਸ਼ ਦੇ ਅਧੀਨ ਹੋ ਰਹੀ ਆ। ਇਹ ਇੱਕ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਹੈਗਾ ਇਹ ਵਿਦਰੋਹ ਕਰਨ ਵਾਸਤੇ ਤਿਆਰੀ ਕਰਦਾ ਹੈ। ਮੈਂ ਇੱਥੇ ਇੱਕ ਮਾੜਾ ਜਿਹਾ ਨਾ ਤੁਹਾਨੂੰ ਹੋਰ ਫਿਲਿੰਗ ਅਪ ਕਰਾਂ ਜੀ। ਪਿਆਰੇ ਦਰਸ਼ਕੋ, ਉਸੇ ਦੌਰਾਨ ਅੰਗਰੇਜ਼ਾਂ ਨੇ ਇੱਕ ਬ੍ਰਿਟਿਸ਼ ਗਵਰਨਮੈਂਟ ਨੇ ਰੋਲਟ ਐਕਟ ਪਾਸ ਕੀਤਾ ਸੀਗਾ। ਉਹ ਰੋਲਟ ਐਕਟ ਕੀ ਸੀਗਾ ਕਿ ਇੰਡੀਆ ਦਾ ਗਵਰਨਰ ਜਨਰਲ ਜਾਂ ਜਿਹੜੀ ਸਿਆਸਤ ਸੀਗੀ, ਇੰਡੀਆ ਦੀ ਅਥਾਰਟੀ ਸੀ, ਉਹਨਾਂ ਨੂੰ ਐਕਸਟਰਾ ਰਾਈਟਸ ਦਿੱਤੇ ਸੀਗੇ ਕਿ ਕੋਈ ਵੀ ਆਜ਼ਾਦੀ ਦੀ ਜਿਹੜੀ ਕੋਈ ਗੱਲ ਕਰਦਾ, ਮੂਵਮੈਂਟ ਕਰਦਾ ਉਹਨੂੰ ਬੜੇ ਬੇਰਹਿਮੀ ਦੇ ਨਾਲ ਉਹਨੂੰ ਬਿਲਕੁਲ ख़त्म कर दिता जाए और कोई उन्होंने सुनाई नहीं, कोई कुछ नहीं। जिस तरह इत्थे भी हुण रसूका एक्ट चलदा, जेल दे विच फड़ के सुट दिओ, मार दिओ और जेल दे विच उन्हां दा कोई राइट नहीं कचहरियां दे विच भी जाण दा। इहो जिहा जिहड़ा हुक्म सीगा ना, एजीटेशन प्रोटेस्ट सारे उन्होंने बैन कीते सीगे और उन्होंने लोगों को फड़ के अंदर भी दे सकते सन। सो ये एक खुला अंग्रेज़ों का सीगा कि ऑपरेशन। और दूजी गल यह कि जी वर्ल्ड वार सीगी, फस्ट वर्ल्ड वार, उहदे विच 1 मिलियन लोग जिहड़े ओवरसीज जिहड़े आ सोल्जर प्यारे दर्शकों वो लड़ नहीं गए हो सीगे, जिहदे विचों 62,000 तो उपर जिहड़े हैगे आ उन्हां दा उत्थे ही शहीदी हो गई। वो लड़ते लड़ते अंग्रेज़ों लई वो बाहरले मुल्कां 'च मर गए और जिन्हां दे विचों बच के आए थोड़े बहुत और उन्हां दी गल दविंदर हुणी कर रहे। हाँ जी, इहदे विच एक चीज़ होर ध्यान च देण रखण वाली ये आ कि जदों अंग्रेज़ भारत विच जांदे आ जी ते जिहड़े उत्थे दे हाई कास्ट लोग सीगे जी, ओह अंग्रेज़ां नूं भी अनटचेबल समझदे सी जी, भी ये दूसरे मुल्क दे आ, ये अछूत ही है करके उन्होंने कसौटी से जो ब्राह्मण क्षत्रिय वैश्य नहीं है ना जी, वो सारे लो कास्ट है, चाहे किसी भी कंट्री का हो, किसी भी धर्म का हो, यू नो। इस करके अंग्रेज़ों की फौज में जो पहला भर्ती होए आ जी, वो सारे जोड़े से शेड्यूल्ड कास्ट से अनटचेबल लोगों अंग्रेज़ों ने भर्ती किया करके जो ब्राह्मण से या दूसरे कास्टां के लोग सी उन्होंने आर्मी च भर्ती नहीं सी होंदे बिल्कुल, यू नो। इस करके वो जोड़े लोग से जोड़े शहीद भी होए आ, वो सारे जिन्होंने आप लो कास्ट कह लो या दलित कहते अजकल या अनटचेबल से वो लोग से वो शहीद होए आ और उन्होंने चो जोड़े बच के आए थे वही हरमंदर साहब जाना चाहते थे बिल्कुल, है जी, यू नो। मतलब ये थोड़ा इतिहास हैगा,
ਥੋੜਾ ਘੋਖਣ ਵਾਲੀ ਲੋੜ ਹੈਗੀ ਆ। ਬਿਲਕੁਲ। ਔਰ ਪਿਆਰੇ ਦਰਸ਼ਕੋ, ਦਵਿੰਦਰ ਹੁਣੀ ਇਹ ਗੱਲ ਕਰ ਰਹੇ ਸੀਗੇ ਕਿ ਗੁਰਦੁਆਰੇ ਤੋਂ ਉਹ ਨਿਰਾਸ਼ ਹੋ ਕੇ ਆ ਗਏ, ਵਾਪਸ ਆ ਗਏ ਔਰ ਆਪਣੇ ਆਪ ਨੂੰ ਬੜਾ ਉਹਨਾਂ ਨੇ ਹੱਤਕ ਮੰਨੀ ਔਰ ਬੜਾ ਅਫਸੋਸ ਮੰਨਿਆ ਕਿ ਅਸੀਂ ਮਤਲਬ ਇਹੋ ਜਿਹੇ ਕਾਰਨਾਮੇ ਕਰਕੇ ਆਏ ਹਾਂ, ਅਸੀਂ ਜਿੱਤ ਪ੍ਰਾਪਤ ਕਰਕੇ ਆਏ ਹਾਂ ਜਾਂ ਬਚ ਕੇ ਆਏ ਹਾਂ, ਕਿਸ ਤਰ੍ਹਾਂ ਵੀ ਭਾਰਤੀ ਲੋਕ ਹਾਂ ਅਸੀਂ। ਔਰ ਉਹਨਾਂ ਨੇ ਇਹ ਆ ਕਿ ਇਹ ਸੋਚਿਆ ਸੀਗਾ ਕਿ ਬੜੇ ਫਖਰ ਦੇ ਨਾਲ, ਬੜੇ ਗਰਵ ਦੇ ਨਾਲ ਅਸੀਂ ਗੁਰਦੁਆਰੇ ਹਰਿਮੰਦਰ ਸਾਹਿਬ ਜਾਵਾਂਗੇ, ਸਾਡਾ ਸਵਾਗਤ ਹੋਏਗਾ ਔਰ ਸਾਨੂੰ ਹੋ ਸਕਦਾ ਉਹ ਹਾਰ ਪਾਉਣਗੇ, ਸ਼ਰਧਾਂਜਲੀਆਂ ਦੇਣਗੇ। ਔਰ ਉਲਟਾ ਉਹਨਾਂ ਦੇ ਨਾਲ ਇਹ ਹੋਇਆ ਕਿ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਤਾਂ ਅਛੂਤ ਹੁੰਦੇ ਹੋ ਔਰ ਗੁਰਦੁਆਰੇ ਤੁਸੀਂ ਬਿਲਕੁਲ ਨਹੀਂ ਆ ਸਕਦੇ। ਔਰ ਨਾਲ ਹੀ ਇਹ ਹੋਇਆ ਕਿ ਜਿਸ ਤਰ੍ਹਾਂ ਦਵਿੰਦਰ ਨੇ ਦੱਸਿਆ ਕਿ ਉਹਨਾਂ ਨੇ ਫੈਸਲਾ ਕੀਤਾ ਕਿ ਇੱਕ ਮੀਟਿੰਗ ਬੁਲਾਈ ਜਾਵੇ, ਜਿਹੜੀ ਕਿ ਜਲਿਆਂਵਾਲੇ ਬਾਗ ਦੇ ਵਿੱਚ ਉਹਨਾਂ ਨੇ ਮੀਟਿੰਗ ਬੁਲਾਈ। ਔਰ ਪਿੱਛੋਂ ਇਹ ਇਤਿਹਾਸਕਾਰ ਜਿਹੜੇ ਆ ਬਹੁਤ ਸਾਰੇ ਉਹ ਕਹਿੰਦੇ ਆ ਕਿ ਉਹ ਜਿਹੜੇ ਗੁਰਦੁਆਰੇ ਦੇ ਸੀਗੇ ਪ੍ਰਬੰਧਕ, ਉਹਨਾਂ ਦੇ ਵਿੱਚੋਂ ਕਿਸੇ ਨੇ ਜਨਰਲ ਡਾਇਰ ਨੂੰ ਜਾ ਕੇ ਇਹ ਇਤਲਾਹ ਦਿੱਤੀ ਕਿ ਤੁਹਾਡੇ ਖਿਲਾਫ ਜਲਿਆਂਵਾਲੇ ਬਾਗ ਦੇ ਵਿੱਚ ਇੱਕ ਕਾਨਫਰੰਸ ਹੋ ਰਹੀ ਆ ਔਰ ਉਹ ਕਾਨਫਰੰਸ ਦਾ ਮਕਸਦ ਇਹ ਹੈਗਾ ਕਿ ਆਜ਼ਾਦੀ ਲਈ ਉਹਨਾਂ ਨੇ ਰੌਲਾ ਰੱਪਾ ਪਾਉਣਾ ਔਰ ਬਾਕੀ ਤੁਸੀਂ ਜਿਸ ਤਰ੍ਹਾਂ ਮਰਜ਼ੀ ਸਮਝ ਲਓ, ਹੈ ਜੀ, ਕਿਉਂਕਿ ਇੱਕ ਆਜ਼ਾਦੀ ਦੀ, ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਮੁਹਿੰਮ ਸ਼ੁਰੂ ਕਰਨੀ ਆ। ਔਰ ਜਿਹੜੇ ਚੁਗਲੀ ਕਰਨ ਵਾਲੇ ਸਨ ਉਹਨਾਂ ਨੂੰ ਵੀ ਇਹ ਪਤਾ ਸੀਗਾ ਕਿ ਰੋਲ ਐਕਟ ਦੇ ਅੰਦਰ ਜਿਹੜੇ ਅੰਗਰੇਜ਼ ਆ ਉਹ ਕੁਝ ਵੀ ਕਰ ਸਕਦੇ ਆ। ਜੀ। ਸੋ ਪੂਰੀ ਪਲਾਨ ਔਰ ਸ਼ਾਇਦ ਦੇ ਹੇਠ ਉਹਨਾਂ ਨੇ ਇਹ ਜਿਹੜੀ ਆ ਪਲਾਨ ਕਰਕੇ ਅੰਗਰੇਜ਼ਾਂ ਨੂੰ ਇੱਕ ਕਿਸਮ ਦਾ ਸੱਦਾ ਦਿੱਤਾ। ਅਸੀਂ ਅੱਜ ਬੇਸ਼ੱਕ ਇਸ ਗੱਲ ਦਾ ਬੜਾ ਅਫਸੋਸ ਕਰੀਏ ਕਿ ਜਲਿਆਂਵਾਲੇ ਬਾਗ ਦੇ ਵਿੱਚ ਕੀ ਹੋਇਆ ਪਿਆਰੇ ਦਰਸ਼ਕੋ, 380 ਲੋਕ ਜਿਹੜੇ ਉਹ ਮਾਰੇ ਗਏ ਔਰ 1200 ਦੇ ਕਰੀਬ ਲੋਕ ਜਿਹੜੇ ਆ ਜ਼ਖਮੀ ਹੋਏ ਔਰ ਜਨਰਲ ਡਾਇਰ ਨੇ ਬਿਨਾਂ ਹੀ ਕਿਸੇ ਨੂੰ ਕੋਈ ਗੱਲ ਪੁੱਛੇ ਤੋਂ ਗੋਲੀ ਦਾ ਜਿਹੜਾ ਹੈਗਾ ਸ਼ੂਟ ਐਟ ਸਾਈਟ ਦਾ ਜਿਹੜਾ ਹੈਗਾ ਉਹਨੇ ਹੁਕਮ ਦੇ ਦਿੱਤਾ। ਲੋਕ ਦੌੜ ਕੇ ਇੱਕ ਦੂਜੇ ਦੇ ਉੱਤੇ ਡਿੱਗ ਕੇ ਮਰ ਗਏ ਔਰ ਉੱਥੇ ਇੱਕ ਦੱਸਦੇ ਖੂਹ ਆ, ਉਹ ਖੂਹ ਦੇ ਵਿੱਚ ਲਾਸ਼ਾਂ ਬਹੁਤ ਡਿੱਗੀਆਂ ਦੌੜਦਿਆਂ ਦੀਆਂ ਜਾਂ ਕਿਸ ਤਰ੍ਹਾਂ ਸੀ। ਆ ਜਿਹੜੇ ਇੱਕ ਮਿੰਟ ਜਿਹੜੇ ਤੁਸੀਂ ਇਹ ਦੱਸਦੇ ਨਾ ਫਿਗਰ ਜਿਹੜੇ 379 ਮਤਲਬ ਜਿਹੜੇ ਮਰੇ ਔਰ 1200 ਤਕਰੀਬਨ ਜਿਹੜੇ ਜ਼ਖਮੀ ਹੋਏ, ਇਹ ਸਰਕਾਰੀ ਅੰਕੜੇ ਆ। ਹਾਂਜੀ, ਇਹ ਸਰਕਾਰੀ ਅੰਕੜੇ, ਪਰ ਜਿਹੜੇ ਅਸਲੀਅਤ ਵਿੱਚ ਕਹਿੰਦੇ ਜਿਹੜੇ ਆਮ ਲੋਕ ਮੰਨਦੇ ਆ, ਜਿਹੜੇ ਮਤਲਬ ਇਤਿਹਾਸਕਾਰ ਹੈਗੇ ਆ, ਉਹ ਕਹਿੰਦੇ ਵੀ 1000 ਤੋਂ ਜ਼ਿਆਦਾ ਲੋਕ ਤਕਰੀਬਨ ਜਾਂ 1000 ਦੇ ਇਰਦ ਗਿਰਦ ਲੋਕ ਜਿਹੜੇ ਆ ਉਹ ਉਸ ਵੇਲੇ ਮਰੇ, ਪੋਸੀਬਲ, ਬਿਲਕੁਲ ਸ਼ਹੀਦ ਹੋਇਆ ਔਰ 1200 ਬੰਦਾ ਜਿਹੜਾ ਹੈਗਾ ਉਹਨੂੰ ਮਤਲਬ ਉਹ ਜ਼ਖਮੀ ਹੋਇਆ ਹੈ। ਬਿਲਕੁਲ ਹੈ ਜੀ। ਸੋ ਪਿਆਰੇ ਦਰਸ਼ਕੋ, ਇਹੋ ਜਿਹਾ ਸੀਨ ਜਿਹੜਾ ਅੱਜ ਵੀ ਅਸੀਂ ਜਿਸ ਵੇਲੇ ਗੱਲ ਕਰਦੇ ਹਾਂ ਔਰ ਤੁਸੀਂ ਸੁਣਦੇ ਹੋ, ਅਸੀਂ ਗੱਲ ਕਰਦੇ ਹਾਂ, ਤੁਹਾਡੇ ਰੌਂਗਟੇ ਵੀ ਖੜੇ ਹੁੰਦੇ, ਸਾਡੇ ਰੌਂਗਟੇ ਵੀ ਖੜੇ ਹੁੰਦੇ ਕਿ ਕਿਹੋ ਜਿਹਾ ਸੀਨ ਹੋਏਗਾ ਉਸ ਟਾਈਮ ਦੇ ਉੱਤੇ। ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਗੱਲਬਾਤ ਚੱਲਦੀ ਸੀ, ਕਿਸੇ ਦੇ ਕੋਲ ਹਥਿਆਰ ਨਹੀਂ ਸਨ, ਕੋਈ ਲਾਠੀ ਸੋਟਾ, ਕੋਈ ਬੰਦੂਕ ਨਹੀਂ ਸੀ ਜਾਂ ਕੋਈ ਨਾਅਰੇਬਾਜ਼ੀ ਨਹੀਂ ਸੀਗੀ, ਕੋਈ ਝੰਡਾ ਨਹੀਂ ਸੀਗਾ। ਔਰ ਦੇਖੋ ਉਹ ਅੰਗਰੇਜ਼ਾਂ ਲਈ ਲੜ ਕੇ ਆਏ ਔਰ ਅੰਗਰੇਜ਼ਾਂ ਦੇ ਆ ਕੇ ਉਹਨਾਂ ਦੇ ਉੱਤੇ ਇਹ ਜਿਹੜੇ ਤਸ਼ੱਦਦ ਕੀਤੇ ਔਰ ਅੱਜ ਤਾਈਂ ਬਹੁਤ ਸਾਰੀਆਂ ਗੱਲਾਂ ਇਹਨਾਂ ਬਾਰੇ ਹੋਈਆਂ ਕਿ ਅੰਗਰੇਜ਼ਾਂ ਨੇ ਇਹ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਹੈਗਾ ਇੱਥੇ ਬਹੁਤ ਜ਼ਿਆਦਤੀ ਕੀਤੀ ਔਰ ਇੱਥੇ ਅੱਜ ਤਾਈਂ ਇਹਨਾਂ ਨੇ ਉਸ ਗੱਲ ਨੂੰ ਅਪੋਲੋਜੀ ਨਹੀਂ ਕੀਤਾ, ਇਹ ਕੀਤਾ ਅਫਸੋਸ ਜ਼ਾਹਰ ਜ਼ਰੂਰ ਕੀਤਾ ਹੈਗਾ ਔਰ ਇਹ ਬਹੁਤ ਭੈੜੀ ਗੱਲ ਹੋਈ ਹੈ। ਪਰ ਅੰਗਰੇਜ਼ੀ ਸਰਕਾਰ ਨੇ, ਇਸ UK ਦੀ ਸਰਕਾਰ ਨੇ ਅੱਜ ਤਾਈਂ ਜੋ ਕੁਛ ਉੱਥੇ ਕੀਤਾ ਬਿਲਕੁਲ ਉਹਦੇ ਲਈ ਅਪੋਲੋਜਾਈਜ਼ ਨਹੀਂ ਕੀਤੀ ਔਰ ਮਾਰਗਰੇਟ ਥੈਚਰ ਨੇ ਵੀ ਕਿਹਾ ਬਹੁਤ ਮਾੜਾ ਹੋਇਆ, ਡੇਵਿਡ ਕੈਮਰਨ ਨੇ ਵੀ ਬੜਾ ਕਿਹਾ ਬਹੁਤ ਮਾੜਾ ਹੋਇਆ ਔਰ ਆਪਣੇ ਦੂਸਰੇ ਜਿਹੜੇ ਪ੍ਰਾਈਮ ਮਿਨਿਸਟਰ ਸਾਰਿਆਂ ਨੇ ਇਸ ਗੱਲ ਦਾ ਅਫਸੋਸ ਜ਼ਾਹਰ ਕੀਤਾ, ਪਰ ਕਿਸੇ ਨੇ ਅੱਜ ਤਾਈਂ ਇਸ ਗੱਲ ਲਈ ਅਪੋਲੋਜੀ ਨਹੀਂ ਕੀਤੀ। ਸੋ ਊਧਮ ਸਿੰਘ ਜਿਹੜੇ ਸੀ, ਸ਼ਹੀਦ ਆਜ਼ਮ ਊਧਮ ਸਿੰਘ, ਉਹ ਉਸ ਟਾਈਮ ਦੇ ਉੱਤੇ ਕੀ ਕਰਦੇ ਸੀ ਤੁਸੀਂ ਦੱਸੋ ਮਾੜਾ ਜਿਹਾ। ਦੇਖੋ ਉਸ ਵੇਲੇ ਉਹਨਾਂ ਦੀ ਉਮਰ 20 ਸਾਲ ਸੀਗੀ ਜੀ ਔਰ ਉਸ ਕਾਨਫਰੰਸ ਦੇ ਵਿੱਚ ਸ਼ਾਮਲ ਸਨ। ਉਹ ਦੱਸਿਆ ਜਾਂਦਾ ਕਿ ਉਹ ਪਾਣੀ ਵਰਤਾ ਰਹੇ ਸੀ, ਮਤਲਬ ਯੰਗ ਸੀਗੇ ਤੇ ਕੋਈ ਵੀ ਜੋ ਵੀ ਉੱਥੇ ਸੇਵਾ ਹੋਏਗੀ ਬਾਕੀ ਹੋਰ ਵੀ ਘਰ
ਕਰਦੇ ਹੋਣਗੇ ਉਹ ਵੀ ਕਰਦਾ ਹੋਵੇਗਾ ਜੀ। ਮਤਲਬ ਉਹਨੇ ਫਿਰ ਜੋ ਕੁਝ ਦੇਖਿਆ ਉੱਥੇ ਜਦੋਂ ਕਤਲੇਆਮ ਦੇਖਿਆ ਉਹਨਾਂ ਦੀ ਆਪਣੀ ਜਾਨ ਬਚ ਗਈ ਵੀ ਕੋਈ ਬੰਦਿਆਂ ਦੀਆਂ ਜਾਨਾਂ ਬਚੀਆਂ ਪਰ ਉਹਨੇ ਜੋ ਕੁਛ ਐਂਡ ਹੋਇਆ ਇੱਕ ਤਾਂ ਇਹ ਕਿਹਾ ਜਾਂਦਾ ਕਿ ਉਹਨੇ ਫਿਰ ਉੱਥੇ ਕਸਮ ਖਾਧੀ ਕਿ ਇਹ ਤਾਂ ਮੈਂ ਬਦਲਾ ਲਊਂਗਾ ਔਰ ਮਿੱਟੀ ਜਿਹੜੀ ਆ ਕਹਿੰਦਾ ਇੱਕ ਸ਼ੀਸ਼ੀ ਵਿੱਚ ਪਾਈ ਜਾਂ ਕੋਈ ਕਹਿੰਦਾ ਕਿ ਮੁੱਠ ਵਿੱਚ ਉਹਨੇ ਲੈ ਕੇ ਕਸਮ ਖਾਧੀ ਮਤਲਬ ਕੁਛ ਵੀ ਹੈ ਪਰ ਇੱਕ ਉਹਨੇ ਪ੍ਰਣ ਕੀਤਾ ਕਿ ਇਸ ਚੀਜ਼ ਦਾ ਮੈਂ ਬਦਲਾ ਲਊਂਗਾ ਬਦਲਾ ਜ਼ਰੂਰ ਲਊਂਗਾ ਹੈ ਨਾ ਜੀ। ਔਰ ਉਸ ਤੋਂ ਬਾਅਦ ਉਹ ਫਿਰ ਤੁਹਾਨੂੰ ਪਤਾ ਉਹ ਜਿਹੜੀ ਹੈਗੀ ਮੂਵਮੈਂਟ ਜਿਹੜੀ ਆਜ਼ਾਦੀ ਦੀ ਮੂਵਮੈਂਟ ਵਾਸਤੇ ਜਿਹੜੇ ਲੋਕ ਯਤਨਸ਼ੀਲ ਸੀਗੇ ਮਤਲਬ ਆਜ਼ਾਦੀ ਦੇ ਘੁਲਾਟੀਏ ਉਹਨਾਂ ਦੇ ਨਾਲ ਉਹਨਾਂ ਦਾ ਸੰਪਰਕ ਕੀਤਾ ਜੀ ਔਰ ਸੰਪਰਕ ਕਰਕੇ ਤਾਂ ਫਿਰ ਉਹਨਾਂ ਦੀ ਟੀਮ 'ਚ ਉਹ ਹੋਏ ਔਰ ਉਸੇ ਸੰਦਰਭ ਦੇ ਵਿੱਚ ਫਿਰ ਉਹ ਅਮਰੀਕਾ ਵੀ ਜਾਂਦੇ ਆ ਅਫਰੀਕਨ ਕੰਟਰੀਆਂ 'ਚ ਵੀ ਅਫਰੀਕਨ ਕੰਟਰੀਆਂ 'ਚ ਅਮਰੀਕਾ 'ਚ ਜਾਂਦੇ ਆ ਅਮਰੀਕਾ 'ਚ ਫਿਰ ਕਾਫੀ ਚਿਰ ਰਹਿ ਕੇ ਉੱਥੋਂ ਫਿਰ ਵਾਪਸ ਫਿਰ ਆਉਂਦੇ ਹੈਗੇ ਉੱਥੇ ਥੋੜ੍ਹਾ ਜਿਹਾ ਉਹਨਾਂ ਦਾ ਜਿਹੜਾ ਗੱਲਬਾਤ ਗਦਰੀ ਬਾਬਿਆਂ ਨਾਲ ਵੀ ਹੋਈ ਗਦਰੀ ਉਹੀ ਹੈ ਨਾ ਗਦਰੀ ਬਾਬਿਆਂ ਨਾਲ ਮੁਲਾਕਾਤ ਹੁੰਦੀ ਆ ਉੱਥੇ ਉਹ ਫਿਰ ਭਾਰਤ ਨੂੰ ਇਸੇ ਕਰਕੇ ਆਉਂਦੇ ਕਿ ਭਾਰਤ ਨੂੰ ਆਜ਼ਾਦ ਵੀ ਕਰਾਇਆ ਜਾਵੇ ਪਰ ਜਦੋਂ ਵਾਪਸ ਆਉਂਦੇ ਆ ਰਾਹ ਦੇ ਵਿੱਚ ਇੱਕ ਉਹਨਾਂ ਕੋਲ ਪਿਸਤੌਲ ਲੈ ਕੇ ਆਉਂਦੇ ਉੱਥੋਂ ਕਿਤਾਬ 'ਚ ਸੀਗਾ ਕਹਿੰਦੇ ਨਹੀਂ ਜਿਹੜਾ ਇਹ ਲੈ ਕੇ ਆਉਂਦੇ ਕਿਤਾਬ ਵਾਲਾ ਨਹੀਂ ਸੀਗਾ ਇਹ ਉੱਦਾਂ ਸੀਗਾ ਉਹਨਾਂ ਕੋਲ ਉਹ ਨਜਾਇਜ਼ ਪਿਸਤੌਲ ਸੀਗਾ ਜਦੋਂ ਉਹਨੇ ਦੇਖਿਆ ਵੀ ਸੀਪੋਰਟ ਤੇ ਹੈ ਜੀ ਏਅਰਪੋਰਟ ਤੇ ਇੱਥੇ ਜਾ ਕੇ ਦੇਖਿਆ ਸੀਪੋਰਟ ਤੇ ਇਹਨਾਂ ਕੋਲ ਮਿਲਿਆ ਤੇ ਇਹਨਾਂ ਨੂੰ ਚੱਕ ਕੇ ਜੇਲ੍ਹ 'ਚ ਦਿੱਤਾ 4 ਸਾਲ ਦੀ ਕੈਦ ਹੋਈ ਉਸ ਵੇਲੇ 4 ਸਾਲ ਇਹਨੂੰ ਇੱਥੇ ਇੰਡੀਆ ਦੀਆਂ ਜੇਲ੍ਹਾਂ 'ਚ ਰਹਿਣਾ ਪਿਆ ਔਰ ਉੱਥੇ ਫਿਰ ਕਈ ਕ੍ਰਾਂਤੀਕਾਰੀ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਵੀ ਮਿਲੇ ਬਿਲਕੁਲ ਔਰ ਮਸ਼ਹੂਰ ਹੈ ਕਿ ਉੱਥੇ ਜਿਹੜੇ ਮਤਲਬ ਇਹ ਐਕਚੁਅਲੀ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਆਪਣੇ ਆਦਰਸ਼ ਮੰਨਦੇ ਸੀ ਬਿਲਕੁਲ ਔਰ ਉੱਥੇ ਜਿਹੜੇ ਜੇਲ੍ਹ ਦੇ ਵਿੱਚ ਕਹਿੰਦੇ ਬੜੀ ਉੱਚੀ ਉੱਚੀ ਗਾਉਂਦੇ ਹੁੰਦੇ ਸੀਗੇ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂ ਹੈ ਕਾਤਲ ਮੇਂ ਹੈ ਮਤਲਬ ਇਹੋ ਜਿਹਾ ਜਜ਼ਬਾ ਸੀਗਾ ਔਰ ਉਹਦੇ ਵਿੱਚੋਂ ਤੁਹਾਨੂੰ ਪਤਾ ਕਿ 4 ਸਾਲ ਦੀ ਜੇਲ੍ਹ ਕੱਟ ਕੇ ਉਸ ਤੋਂ ਬਾਅਦ ਫਿਰ ਬਾਹਰ ਨਿਕਲੇ ਸੋ ਉਹ ਤੋਂ ਫਿਰ ਬਾਅਦ ਵਿੱਚ ਇੰਗਲੈਂਡ ਵੱਲ ਯੂਰਪ ਵੱਲ ਨੂੰ ਮੂਵ ਕਰਦੇ ਆ ਫਿਰ ਪਿਆਰੇ ਦਰਸ਼ਕੋ ਜੇਲ੍ਹ ਵਿੱਚੋਂ 4 ਸਾਲ ਦੀ ਤੋਂ ਪਹਿਲਾਂ ਹੀ ਉਹ ਆ ਗਏ ਔਰ ਜਿਹੜੀ ਦਵਿੰਦਰ ਹੁਣੀ ਗੱਲ ਕੀਤੀ ਕਿ ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ ਔਰ ਜਜ਼ਬਾ ਜਿਹੜਾ ਉਹਨਾਂ ਦੇ ਦਿਲ ਦੇ ਵਿੱਚ ਇੱਕ ਅਗਨ ਜਿਹੜੀ ਸੀਗੀ ਉਹ ਅਗਨੀ ਸੀਗੀ ਉਹ ਇੱਕ ਜਵਾਲਾ ਦੀ ਤਰ੍ਹਾਂ ਉਹਨਾਂ ਨੇ ਦਬਾਈ ਹੋਈ ਸੀਗੀ ਔਰ ਉਹ ਜਿਹੜੀ ਅਗਨੀ ਸੀਗੀ ਉਹਦੇ ਨਾਲ ਮਿਲਣ ਦੇ ਨਾਲ ਉਹਨੂੰ ਹੋਰ ਹੌਸਲਾ ਹੋ ਗਿਆ ਭਈ ਇਹ ਜੇਲ੍ਹਾਂ ਦੇ ਵਿੱਚ ਇਹ ਵੀ ਸੜਦੇ ਆ ਔਰ ਲੋਕਾਂ ਨੂੰ ਮਾਰਿਆ ਵੀ ਜਾਂਦਾ ਕੁੱਟਿਆ ਵੀ ਜਾਂਦਾ ਕਿਉਂਕਿ 3-4 ਸਾਲ ਦੇ ਵਿੱਚ ਜੇਲ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੂੰ ਉਹ ਮਿਲੇ ਔਰ ਉਹਨਾਂ ਦਾ ਜਿਹੜਾ ਸੀਗਾ ਮਨ ਜਿਹੜਾ ਸੀਗਾ ਉਹ ਬਿਲਕੁਲ ਪੱਥਰ ਹੋ ਗਿਆ ਸੀਗਾ ਕਿ ਮੈਂ ਕੁਛ ਨਾ ਕੁਛ ਜ਼ਰੂਰ ਕਰਨਾ ਹੈਗਾ ਕਿਉਂਕਿ 1931 ਦੇ ਵਿੱਚ ਸਰਦਾਰ ਭਗਤ ਸਿੰਘ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸੀਗੇ ਗਾਣੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਉਹ ਆਪਣੀ ਮਤਲਬ ਜੇਲ੍ਹ ਦੇ ਵਿੱਚ ਗਾਉਂਦੇ ਸਨ ਔਰ ਆਪਣੇ ਜਜ਼ਬਾਤ ਜਿਹੜੇ ਆ ਉਹਨਾਂ ਨੂੰ ਬਿਲਕੁਲ ਪੱਕਾ ਕਰਦੇ ਸਨ ਔਰ ਜੇਲ੍ਹ ਤੋਂ ਬਾਅਦ ਆ ਕੇ ਪਿਆਰੇ ਦਰਸ਼ਕੋ ਦੇਖੋ ਇੱਕ ਇਹ ਗੱਲ ਹੈਗੀ ਆ ਕਹਿਣ ਦੀ ਉਹ ਮਿਲੇ ਜ਼ਰੂਰ ਹੈਗੇ ਆ ਪਰ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਉਹ ਮੈਂਬਰ ਨਹੀਂ ਬਣੇ ਉਹ ਆਪਣੇ ਦਿਲ ਦੇ ਵਿੱਚ ਲੈ ਕੇ ਘੁੰਮਦੇ ਰਹੇ ਇਹ ਨਹੀਂ ਵੀ ਪਿੱਛੇ ਫਲਾਨੀ ਆਰਗੇਨਾਈਜੇਸ਼ਨ ਆ ਉਹਨਾਂ ਦੇ ਪਿੱਛੇ ਫਲਾਨਾ ਉਹਨਾਂ ਨੂੰ ਗਾਈਡ ਕਰਨੇ ਵਾਲਾ ਜਾਂ ਦੱਸਣ ਵਾਲਾ ਹੈਗਾ ਉਹ ਆਪਣੇ ਆਪ ਨੂੰ ਆਪਣੇ ਦਿਲ ਦੇ ਨਾਲ ਹੀ ਫੈਸਲਾ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਕੁਝ ਕਰਨਾ ਆ ਮਰਨ ਤੋਂ ਪਹਿਲਾਂ ਜ਼ਰੂਰ ਕਰਨਾ ਹੈਗਾ ਔਰ ਉਸ ਤੋਂ ਇਹ ਆ ਕਿ ਬਿਲਕੁਲ ਉਹਨਾਂ ਨੇ ਆਪਣਾ ਤਹੀਆ ਕਰ ਲਿਆ ਕਿ ਮੈਂ ਬਿਲਕੁਲ ਆਪਣਾ ਇਰਾਦਾ ਨਹੀਂ ਬਦਲਣਾ ਔਰ ਨੇਪਾਲ ਹੁੰਦੇ ਹੋਏ ਉਹ ਭਾਰਤ ਨੂੰ ਛੱਡਿਆ ਉਹਨਾਂ ਨੇ ਉਹ ਫਿਰ ਅਫਗਾਨਿਸਤਾਨ ਰਸ਼ੀਆ ਔਰ ਜਰਮਨ ਚਲੇ ਗਏ ਔਰ ਉੱਥੋਂ ਹੁੰਦੇ ਹੋਏ 1933 ਨੂੰ ਇਸ ਮੁਲਕ ਦੇ ਵਿੱਚ ਉਹ ਆ ਗਏ ਔਰ ਇਸ ਮੁਲਕ ਦੇ ਵਿੱਚ ਆ ਕੇ ਕਹਿੰਦੇ ਕਿ ਉਹਨਾਂ ਨੇ ਆਪਣਾ ਨਾਂ ਫਿਰ ਬਦਲਿਆ ਮੁਹੰਮਦ ਸਿੰਘ ਆਜ਼ਾਦ ਰੱਖਿਆ ਜਿਸ ਤਰ੍ਹਾਂ ਰਾਮ ਮੁਹੰਮਦ ਸਿੰਘ ਆਜ਼ਾਦ ਜਿਸ ਤਰ੍ਹਾਂ ਉਹਨਾਂ ਨੇ ਗੱਲ ਸਿੱਖੀ ਚੰਦਰ ਸ਼ੇਖਰ ਆਜ਼ਾਦ ਤੋਂ ਹੈ ਨਹੀਂ ਭਈ ਉਹਨਾਂ ਨੇ ਵੀ ਆਪਣਾ ਨਾਂ ਜਿਹੜਾ ਸੀਗਾ ਚੰਦਰ ਸ਼ੇਖਰ ਤੋਂ ਜ਼ਿਆਦਾ ਨਾਂ ਆਜ਼ਾਦੀ ਦੇ ਨਾਲ ਹੀ ਜੋੜਿਆ ਸੀਗਾ ਇਹਨਾਂ ਨੇ ਵੀ ਉਹਦੇ ਨਾਲ ਜੋੜ ਲਿਆ ਸੋ ਪਿਆਰੇ ਦਰਸ਼ਕੋ ਇੱਥੇ ਆ ਕੇ ਉਹਨਾਂ ਨੇ
5-6 ਸਾਲ 7 ਸਾਲ ਉਹਨਾਂ ਨੇ ਕੰਮ ਵੀ ਕੀਤਾ। ਤੁਸੀਂ ਜਿੱਦਾਂ ਤੁਸੀਂ ਗੱਲ ਕੀਤੀ ਨਾ, ਕਹਿੰਦੇ ਮਤਲਬ ਉਹਨਾਂ ਨੂੰ ਕਈ ਭਾਸ਼ਾਵਾਂ ਤਾਂ ਆਉਂਦੀਆਂ ਸੀ ਆਲਰੇਡੀ, ਹਾਂਜੀ, ਉਹ ਇੱਕ ਜਿਹੜੇ ਆਪਣੇ ਰੂਪ ਬਦਲਣ ਵਿੱਚ, ਹਾਂਜੀ ਹਾਂਜੀ, ਆਪਣਾ ਜਿਹੜਾ ਦਿੱਖ ਉਹ ਬਦਲਣ ਵਾਸਤੇ, ਭੇਸ ਬਦਲਣ ਵਿੱਚ ਬਿਲਕੁਲ ਬਹੁਤ ਐਕਸਪਰਟ ਸੀ, ਬਹੁਤ ਮਾਹਰ ਸੀਗੇ। ਹਾਂਜੀ ਸਾਰੇ ਤਕਰੀਬਨ ਜਿੱਥੇ ਨਵੀਂ ਜਗ੍ਹਾ ਜਾਂਦੇ ਆਪਣਾ ਜਿਹੜਾ ਆਈਡੀ ਜਿਹੜੀ ਸੀ ਨਾ ਉਹ ਚੇਂਜ ਕਰ ਲੈਂਦੇ ਸੀ, ਚੇਂਜ ਕਰ ਲੈਂਦੇ, ਠੀਕ ਹੈ ਹਾਂਜੀ। ਔਰ ਸੋ ਪਿਆਰੇ ਦਰਸ਼ਕੋ, ਇਹ ਹੈ ਕਿ ਉਹਨਾਂ ਨੇ 7 ਸਾਲ ਇੱਥੇ ਕੰਮ ਵੀ ਕੀਤੇ, ਜਗ੍ਹਾ ਜਗ੍ਹਾ ਫਿਰ ਕੇ। ਉਹ ਕੰਮ ਤਾਂ ਸਿਰਫ ਇਹ ਸੀਗਾ ਵੀ ਰੋਟੀ ਪਾਣੀ ਵੀ ਖਾਣਾ ਹੁੰਦਾ, ਔਰ ਉਹ ਉਸ ਬੰਦੇ ਦੀ ਭਾਲ ਕਰਦੇ ਰਹੇ, ਜਨਰਲ ਡਾਇਰ ਦੀ ਭਾਲ ਕਰਦੇ ਰਹੇ। ਤੁਹਾਨੂੰ 에ਅਰਪੋਰਟ ਤੋਂ ਉਤਰਦਿਆਂ ਨੂੰ ਜਾਂ ਕੰਟਰੀ 'ਚ ਵੜਦਿਆਂ ਨੂੰ ਨਹੀਂ ਪਤਾ ਲੱਗਦਾ ਕਿ ਫਲਾਣਾ ਬੰਦਾ ਕਿੱਥੇ ਰਹਿੰਦਾ, ਹਾਂਜੀ। ਸੋ ਉਹਨਾਂ ਨੇ ਪੂਰੀ ਪਲਾਨ ਕੀਤੀ 6-7 ਸਾਲ, ਔਰ ਇੱਥੋਂ ਤੱਕ ਕਿ ਉਹਨਾਂ ਨੇ ਟੈਕਸੀ ਵੀ ਚਲਾਈ, ਔਰ ਦੇਖਿਆ ਵੀ ਰਾਹ ਕਿੱਧਰ ਨੂੰ ਜਾਂਦਾ, ਲੋਕ ਕਿੱਧਰੋਂ ਆਉਂਦੇ ਕਿੱਧਰ ਨੂੰ ਜਾਂਦੇ ਆ। ਲੰਡਨ ਦੇ ਵਿੱਚ ਸਾਰੇ ਰਾਹ ਜਿਹੜੇ, ਹੁਣ ਤਾਂ ਟ੍ਰੈਫਿਕ ਬਹੁਤ ਹੋ ਗਈ, ਉਸ ਟਾਈਮ ਤੇ ਟ੍ਰੈਫਿਕ ਇੰਨੀ ਹੈ ਨਹੀਂ ਸੀਗੀ। ਇਹਨਾਂ ਦੇ ਮਤਲਬ ਸਾਈਕਲ ਇੰਡੀਆ ਵਾਂਗੂ, ਤਾਂਗਿਆਂ ਦੇ ਸੀ, ਹਾਂ ਇੰਡੀਆ ਵਾਂਗੂ ਸਾਈਕਲ ਸੀਗੇ ਜਾਂ ਤਾਂਗੇ ਸੀਗੇ ਘੋੜਿਆਂ ਵਾਲੇ। ਸੋ ਇੰਡੀਆ ਵਾਲਾ ਹੀ ਹਿਸਾਬ ਸੀਗਾ 1930-35 ਦੇ ਵਿੱਚ। ਸੋ ਪਿਆਰੇ ਦਰਸ਼ਕੋ, ਉਹਨਾਂ ਨੇ ਸਾਰੀ ਹੀ ਪਲਾਨ ਬਣਾਈ, ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਨਰਲ ਡਾਇਰ ਕੌਣ ਹੈਗਾ, ਕਿੱਥੇ ਰਹਿੰਦਾ ਔਰ ਕਿੱਥੇ ਜਾਂਦਾ। ਐਕਚੁਅਲੀ ਜਿਹੜਾ ਜਨਰਲ ਡਾਇਰ ਸੀਗੇ ਨਾ, ਉਹਨਾਂ ਨੂੰ ਪਤਾ ਲੱਗਾ ਵੀ ਜਨਰਲ ਡਾਇਰ ਜਿਹੜਾ ਉਹ 23 ਜੁਲਾਈ 1927 ਨੂੰ ਉਹਦਾ ਦੇਹਾਂਤ ਹੋ ਜਾਂਦਾ ਜੀ, ਡੈਥ ਹੋ ਜਾਂਦੀ ਆ ਜਨਰਲ ਡਾਇਰ ਦੀ, ਜਿਹਨੂੰ ਉਹਨੇ ਮਾਰਨਾ ਸੀ। ਪਰ ਉਹਨਾਂ ਦਾ ਜਿਹੜਾ ਹੈੱਡ ਸੀਗਾ ਮਾਈਕਲ ਅਡਵਾਇਰ, ਉਹ ਹੈੱਡ ਸੀਗਾ। ਉਹ ਜਿਸ ਵੇਲੇ ਜਨਰਲ ਡਾਇਰ ਨੇ ਗੋਲੀ ਚਲਾਈ ਹੈ ਨਾ, ਉਹਦਾ ਹੈੱਡ ਮਾਈਕਲ ਅਡਵਾਇਰ ਸੀਗਾ, ਪੰਜਾਬ ਦਾ ਗਵਰਨਰ ਜਿਹੜਾ ਸੀਗਾ। ਬਿਲਕੁਲ ਸਹੀ ਹੈ। ਤੇ ਉਹ ਮਤਲਬ ਉਹ ਇੰਗਲੈਂਡ 'ਚ ਸੀਗਾ, ਲੰਡਨ 'ਚ ਸੀਗਾ। ਸੋ ਫਿਰ ਉਹਨੇ ਸਕੀਮ ਲਾਈ ਵੀ ਇਹ ਜੇ ਜਨਰਲ ਡਾਇਰ ਨਹੀਂ ਤਾਂ ਫਿਰ ਉਹਦਾ ਕੰਮ ਕਰਾਂਗੇ। ਬਿਲਕੁਲ ਬਿਲਕੁਲ, ਇਸ ਤਰੀਕੇ ਨਾਲ ਫਿਰ ਉਹਨੇ ਪਲਾਨਿੰਗ ਕੀਤੀ ਹੈਗੀ ਸਾਰੀ। ਹਾਂਜੀ। ਔਰ ਫਿਰ ਉਹ ਮਤਲਬ ਪਿਆਰੇ ਦਰਸ਼ਕੋ, ਜਨਰਲ ਜਿਹੜਾ ਅਡਵਾਇਰ ਸੀਗਾ ਨਾ, ਉਹ ਪੰਜਾਬ ਦਾ ਗਵਰਨਰ ਸੀਗਾ, ਔਰ ਉਹਦੇ ਹੁਕਮ ਦੇ ਨਾਲ ਜਨਰਲ ਡਾਇਰ ਨੇ ਜੋ ਕੁਛ ਕੀਤਾ ਜਲਿਆਂਵਾਲੇ ਬਾਗ ਦੇ ਵਿੱਚ ਕੀਤਾ ਸੀਗਾ। ਸੋ ਪਿਆਰੇ ਦਰਸ਼ਕੋ, ਉਹ ਜਿਹੜਾ ਅਡਵਾਇਰ ਸੀਗਾ, ਉਹ ਇੱਕ ਕਲੱਬ ਜਿਹੜੀ ਲੰਡਨ ਦੀ ਹੈਗੀ ਆ, ਕੈਕਸਟਨ ਹੋਲ। ਦੇਖੋ ਇੱਕ ਗੱਲ ਇਹ ਹੈਗੀ ਆ, ਬੜੀ ਹਾਦਸੇ ਵਾਲੀ ਗੱਲ ਹੈਗੀ ਆ, ਔਰ ਬੜੀ ਸੋਚਣ ਵਾਲੀ ਗੱਲ ਹੈ ਕਿ ਉਹ ਜਿਸ ਹਾਲ ਦੇ ਵਿੱਚ ਉਹ ਮੀਟਿੰਗ ਹੁੰਦੀ ਸੀ, ਅੱਜ ਉਹ ਹਾਲ ਵੀ ਏਸ਼ੀਅਨ ਨੇ ਖਰੀਦਿਆ ਲੰਡਨ ਦੇ ਵਿੱਚ, ਏਸ਼ੀਅਨ ਓਨਡ ਬਾਈ ਹੈ, ਔਰ ਕਿਸੇ ਨੇ ਉਹ ਪੈਸੇ ਵਾਲੇ ਨੇ ਖਰੀਦਿਆ। ਔਰ ਉਹ ਜਿਹੜਾ ਬੰਦਾ ਸੀਗਾ ਅਡਵਾਇਰ, ਉਹ ਉਸ ਵੇਲੇ ਲੈਕਚਰ ਕਰ ਰਿਹਾ ਸੀਗਾ ਕਿ ਮੈਨੂੰ ਇਹ ਖਬਰ ਮਿਲੀ ਕਿ ਮੈਂ ਖੁਦ ਨਹੀਂ ਗਿਆ, ਆ ਕੇ ਜਨਰਲ ਡਾਇਰ ਨੇ ਮੈਨੂੰ ਦੱਸਿਆ ਕਿ ਮੈਂ ਇੰਡੀਅਨ ਨੂੰ ਜਲਿਆਂਵਾਲੇ ਬਾਗ ਦੇ ਵਿੱਚ ਦੌੜਾ ਕੇ ਕੁੱਤਿਆਂ ਦੀ ਤਰ੍ਹਾਂ ਉਹਨੂੰ ਮਾਰਿਆ। ਔਰ ਜਿਸਲੇ ਉਹਨੇ ਇਹ ਗੱਲ ਕਹੀ ਤੇ ਸ਼ਹੀਦ ਆਜ਼ਮ ਊਧਮ ਸਿੰਘ ਨੇ ਇਹ ਗੱਲ ਉੱਥੇ ਖੜੇ ਹੋ ਕੇ ਕਹੀ ਕਿ ਅੱਜ ਕੁੱਤੇ ਦੀ ਮੌਤ ਤੂੰ ਵੀ ਮਰੇਗਾ ਜੀ ਜੀ, ਹੈ ਜੀ, ਬਿਲਕੁਲ। ਔਰ ਤੇਰੀ ਮੌਤ ਆ ਤੇਰੇ ਸਾਹਮਣੇ ਖੜੀ ਆ। ਔਰ ਉਹਨੇ ਆਪਣੇ ਬਗਲ ਚੋਂ ਜਾਂ ਜਿੱਥੇ ਵੀ ਲੁਕੋਇਆ ਸੀ, ਉਹ ਬੁੱਕ 'ਚ ਲੈ ਕੇ ਜਾਂਦੇ, ਬੁੱਕ ਦੇ ਵਿੱਚ ਲੈ ਕੇ ਗਿਆ ਸੀਗਾ। ਇੱਥੇ ਇਹ ਗੱਲ ਆਉਂਦੀ ਆ, ਉਸ ਬੁੱਕ ਦੇ ਵਿੱਚੋਂ ਕੱਢ ਕੇ ਉਹਨ ਸਾਹਮਣੇ ਹਾਲ ਦੇ ਵਿੱਚ ਖੜੇ ਹੋ ਕੇ ਉਹਨੂੰ ਗੋਲੀਆਂ ਮਾਰ ਕੇ ਉੱਥੇ ਹੀ ਖਤਮ ਕਰ ਦਿੱਤਾ। ਹਾਂਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਹੁਣ ਦੇਖੋ, ਜਦੋਂ ਉੱਥੇ ਗੋਲੀਆਂ ਉਹਨੂੰ ਖਤਮ ਕਰਦਾ ਨਾ, ਤੇ ਉਹਦੇ ਕੋਲ ਹੋਰ ਵੀ ਗੋਲੀਆਂ ਆਉਂਦੀਆਂ, 6 ਦੀਆਂ 6 ਗੋਲੀਆਂ ਉਹ ਜਿਹੜੀਆਂ ਹੈਗੀਆਂ ਉਹ ਮਤਲਬ ਮਾਰ ਦਿੰਦਾ ਹੈਗਾ, ਤੇ ਉੱਥੇ ਖੜਦਾ ਭੱਜਦਾ ਨਹੀਂ ਹੈ ਜੀ, ਤੇ ਉਹਨੂੰ ਅਰੈਸਟ ਕੀਤਾ ਜਾਂਦਾ। ਠੀਕ ਹੈ, ਉਹਦੇ ਕੋਲ ਹੋਰ ਵੀ ਗੋਲੀਆਂ ਹੁੰਦੀਆਂ, ਜੇ ਲੋੜ ਪੈਂਦੀ ਤਾਂ ਹੋਰ ਵੀ ਉਹ ਇਸਤੇਮਾਲ ਕਰ ਸਕਦਾ ਸੀ। ਔਰ ਇੱਕ ਉਹਦੇ ਕੋਲ ਹੋਰ ਨਾਈਫ ਟਾਈਪ ਕੋਈ ਹਥਿਆਰ ਵੀ ਸੀ ਜੀ, ਮਤਲਬ ਉਹ ਇੱਕ ਤਰ੍ਹਾਂ ਦਾ ਸੀਗਾ, ਪੂਰੀ ਤਿਆਰੀ ਕਰਕੇ ਆਏ ਸੀ ਵੀ ਅੱਜ ਇਹਦਾ ਕੰਮ ਕਰਨਾ ਹੀ ਆ। ਉਸ ਤੋਂ ਪਹਿਲਾਂ ਇੱਕ ਹੋਰ ਇੰਟਰਸਟਿੰਗ ਜਿਹੜਾ ਸਬਜੈਕਟ ਹੈਗਾ ਆ, ਜਿਹੜੀ ਗੱਲ ਇਸੇ ਨਾਲ ਜੁੜੀ, ਜਦੋਂ ਉਹ ਸਰ ਮਾਈਕਲ ਅਡਵਾਇਰ ਦਾ ਮਰਡਰ ਕਰਦੇ ਆ ਜੀ, ਉਸ ਤੋਂ ਪਹਿਲਾਂ ਕਾਫੀ ਚਿਰ ਉਹਨੇ ਸਰ ਮਾਈਕਲ ਅਡਵਾਇਰ ਦੇ ਘਰ ਨੌਕਰੀ ਕੀਤੀ ਆ। ਅੱਛਾ, ਉਹਦੇ ਘਰ ਵਿੱਚ ਐਜ਼ ਏ ਸਰਵੈਂਟ ਵੀ ਰਿਹਾ ਸਰ ਮਾਈਕਲ ਅਡਵਾਇਰ ਦੇ। ਜੇ ਚਾਹਦਾ ਤਾਂ ਮਾਰਨਾ ਉੱਥੇ ਵੀ ਮਾਰ ਸਕਦਾ ਸੀ। ਬਿਲਕੁਲ, ਹਾਂਜੀ। ਅਸੀਂ ਜਦੋਂ ਉਹਨੂੰ ਅਦਾਲਤ ਵਿੱਚ ਲਿਜਾਂਦੇ ਨਾ, ਉਹਨਾਂ ਨੂੰ ਪਤਾ ਲੱਗਦਾ, ਜਦੋਂ ਪਿਛੋਕੜ ਦੇਖਦੇ ਆ ਵੀ ਇਹ ਊਧਮ ਸਿੰਘ ਇਹ ਤਾਂ ਉਹਦਾ ਨੌਕਰੀ ਵੀ ਕਰਦਾ ਰਿਹਾ ਘਰ ਜੀ। ਉਹਨੂੰ ਜੱਜ ਪੁੱਛਦਾ ਵੀ ਤੂੰ ਘਰ 'ਚ ਕਿਉਂ ਨਹੀਂ ਮਾਰਿਆ, ਉੱਥੇ ਮਾਰ ਸਕਦਾ ਹੈ। ਬਿਲਕੁਲ, ਹੈ ਨਾ।
ਉਹ ਕਹਿੰਦਾ ਜੇ ਮੈਂ ਉੱਥੇ ਮਾਰਦਾ ਤਾਂ ਇਹ ਹੋਣਾ ਸੀਗਾ ਕਿ ਇੱਕ ਨੌਕਰ ਨੇ ਆਪਣੇ ਮਾਲਕ ਦਾ ਮਰਡਰ ਕਰ ਦਿੱਤਾ। ਬਿਲਕੁਲ ਹਾਂ ਜੀ, ਹੈ ਨਾ। ਪਰ ਕਹਿੰਦਾ ਕੇਸ ਇਹ ਨਹੀਂ ਹੈ। ਹਾਂ, ਕੇਸ ਇਹ ਆ ਕਿ ਜਿਹੜਾ ਇਹਨਾਂ ਨੇ ਤਸ਼ੱਦਦ ਸਾਡੇ ਭਾਰਤੀਆਂ ਤੇ ਕੀਤਾ, ਜਿਹੜਾ ਕਤਲੇਆਮ ਕੀਤਾ, ਮੈਂ ਉਹਦਾ ਬਦਲਾ ਲੈਣਾ ਸੀ। ਉਹ ਸ਼ਰੇਆਮ ਇਹਨੇ ਕੀਤਾ, ਸ਼ਰੇਆਮ ਮੈਂ ਕਰਨਾ ਸੀਗਾ। ਸੋ ਕਹਿੰਦਾ ਅੱਜ ਕਹਿੰਦਾ ਮੈਂ ਤਾਂ ਭੱਜਿਆ ਥੋੜੀ ਆ। ਕਹਿੰਦਾ ਮੈਨੂੰ ਪਤਾ ਤੁਸੀਂ ਕੀ ਕਰ ਸਕਦੇ, ਮੈਨੂੰ ਜਦੋਂ ਜੇਲ੍ਹ ਦੇ ਸਕਦੇ, ਉਮਰ ਕੈਦ ਕਰ ਸਕਦੇ ਆ, ਫਾਂਸੀ ਦੇ ਸਕਦੇ ਆ। ਜੀ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜਿਹੜਾ ਮੈਂ ਕੰਮ ਕਰਨਾ ਸੀ ਉਹ ਮੈਂ ਆਪਣੀ ਜ਼ਿੰਦਗੀ ਦਾ ਮਕਸਦ ਜਿਹੜਾ ਸੀਗਾ ਮੈਂ ਉਹ ਪੂਰਾ ਕਰ ਲਿਆ। ਬਿਲਕੁਲ ਮਤਲਬ ਇੱਕ ਬਹੁਤ ਹੀ ਜਜ਼ਬਾਤੀ ਔਰ ਬੜੀ ਸੋਚੀ ਸਮਝ, ਮਤਲਬ ਇਹ ਇੱਕ ਤੱਤੇ ਦਾ ਕੰਮ ਕੀਤਾ ਨਹੀਂ ਹੈ। ਬਿਲਕੁਲ ਬੜਾ ਜਜ਼ਬਾਤੀ ਤਾਂ ਹੈ ਹੀ, ਪਰ ਤੱਤੇ ਘਾਹ ਵਾਲੀ ਗੱਲ ਨਹੀਂ ਹੈ। ਵਿੱਚ ਚੇਤੋ ਮਰਡਰ ਕਰ ਦਿੱਤਾ, ਗੋਲੀ ਚਲਾਤੀ, ਉਹ ਮਰ ਗਿਆ ਤੇ ਗੱਲ ਖਤਮ ਹੋ ਗਈ। ਮਤਲਬ ਇੱਕ ਬਦਲੇ ਦੀ ਭਾਵਨਾ, ਇੱਕ ਜਜ਼ਬਾ ਜਿਹੜਾ ਹੈਗਾ ਉਹ 20-21 ਸਾਲ ਲੈ ਕੇ ਉਹਨੂੰ ਜੀਣਾ ਉਹਦੇ ਨਾਲ ਬਿਲਕੁਲ ਆਸਾਨ ਕੰਮ ਨਹੀਂ ਹੈ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਇਹੋ ਜਿਹੇ ਜਿਹੜੀ ਤੁਹਾਨੂੰ ਉਦਾਹਰਣ ਕਿਤੇ ਹੋਰ ਨਹੀਂ ਮਿਲਦੀ। ਪਿਆਰੇ ਦਰਸ਼ਕੋ, ਗੱਲ ਇਹ ਹੈਗੀ ਆ ਕਿ ਜਿਸ ਵੇਲੇ ਤੁਸੀਂ ਦੇਖੋ ਨਾ ਕਿ ਕੰਮ ਤੇ ਜਾਂਦੇ ਆ ਕਈ ਲੋਕ, ਉੱਥੇ ਆਪਣੇ ਕੰਮ ਦੇ ਉੱਤੇ ਹੀ ਮੈਨੂੰ ਪਤਾ ਵੀ ਉਹ ਓਵਰ ਟਾਈਮ ਤੇ ਲੜ ਪੈਂਦੇ ਇੱਕ ਦੂਜੇ ਦੇ ਨਾਲ, ਮਾੜੀ ਗੱਲ ਤੋਂ ਆਪਣੇ ਲਈ ਸੈਲਫਿਸ਼ ਹੋ ਜਾਂਦੇ ਆ, ਇੱਕ ਦੂਜੇ ਦੇ ਨਾਲ ਖੂਨਸਬਾਜ਼ੀ ਕਰ ਲੈਂਦੇ ਆ। ਔਰ ਇਸ ਸ਼ਹੀਦ ਆਜ਼ਮ ਊਧਮ ਸਿੰਘ ਨੂੰ ਇਹ ਸਾਹਮਣੇ ਦੀਦਾ ਭਈ ਮੈਂ ਕਲੱਬ ਦੇ ਵਿੱਚ ਖੜਾ ਹੋ ਕੇ ਗੋਲੀ ਮਾਰੂੰਗਾ ਤਾਂ ਮੇਰਾ ਕੀ ਹਸ਼ਰ ਹੋਏਗਾ। ਹੈ ਜੀ, ਉਹਨੂੰ ਬਿਲਕੁਲ ਦੀਦਾ ਕਿ ਮੈਨੂੰ ਮੌਤ ਤੋਂ ਘੱਟ ਨਹੀਂ ਮਿਲਣਾ। ਹੈ ਜੀ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿਤੋਂ ਸਾਹਿਬ ਜੀ। ਹੈਲੋ ਜੀ, ਜੈ ਭੀਮ ਤੇ ਜੈ ਗੁਰਦੇਵ, ਜੈ ਭਾਰਤ ਜੀ। ਪ੍ਰੇਮ ਮਾਨ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ। ਪਹਿਲਾਂ ਤੇ ਤੁਹਾਡੀ ਮੈਂ ਬਸ ਜੇ ਅੱਜ ਸ਼ਹੀਦ ਊਧਮ ਸਿੰਘ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਚਾਹੁੰਦੇ ਆ, ਜਿਹੜੇ ਕਿ ਉਹਨਾਂ ਨੇ ਬਹੁਤ ਬਹਾਦਰੀ ਕੀਤੀ ਔਰ ਆਪਣੇ ਜਿਹੜੇ ਨੌਜਵਾਨ ਉੱਥੇ ਜਲਿਆਂਵਾਲੇ ਬਾਗ 'ਚ ਮਾਰੇ, ਉਹਨਾਂ ਦਾ ਬਦਲਾ ਲਿਆ। ਪਤਾ ਨਹੀਂ ਕਿਹੜੀ ਮੁਸੀਬਤਾਂ ਦੇ ਨਾਲ ਉਹ ਇੱਥੇ ਇੰਗਲੈਂਡ ਦੇ ਵਿੱਚ ਆ ਕੇ ਪਹੁੰਚੇ ਔਰ ਕਿਸ ਤਰ੍ਹਾਂ ਉਹਨਾਂ ਨੇ ਪਲੈਨਿੰਗ ਬਣਾਈ। ਬਹੁਤ ਹੀ ਇੱਕ ਬਹੁਤ ਵੱਡਾ ਦਿਮਾਗ ਸੀ ਉਹਨਾਂ ਦੇ ਕੋਲ। ਬਿਲਕੁਲ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਕਿ ਇੱਦਾਂ ਦੇ ਜਿਹੜੇ ਨੌਜਵਾਨ ਹੁੰਦੇ ਆ ਉਹ ਕੋਈ ਪੈਦਾ ਹੁੰਦਾ ਆ, ਕਿਉਂਕਿ ਇੱਦਾਂ ਦੇ ਅਗਰ ਆਜ਼ਾਦੀ ਹੈ ਅੱਜ, ਉਹ ਇਹਨਾਂ ਲੋਕਾਂ ਦੇ ਸਿਰ ਤੇ ਆਜ਼ਾਦੀ ਹੈ। ਇਹਦਾ ਮਾਣ ਉਹ ਲੋਕ ਮਾਣ ਰਹੇ ਆ ਜਿਨ੍ਹਾਂ ਨੇ ਕਿ ਆਜ਼ਾਦੀ ਦੇ ਵਿੱਚ ਉਹਨਾਂ ਦਾ ਇੱਕ ਪਸੀਨਾ ਵੀ ਨਹੀਂ ਡਿੱਗਿਆ। ਬਿਲਕੁਲ ਕਿਉਂਕਿ ਉਹਨਾਂ ਅੱਜ ਉਹ ਲੋਕ ਸਾਡੇ ਲੋਕਾਂ ਤੇ ਅਤਿਆਚਾਰ ਕਰਕੇ ਤੇ ਉਸ ਆਜ਼ਾਦੀ ਦਾ ਮਾਣ ਮਾਣ ਰਹੇ ਆ। ਪਰ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਅਸੀਂ ਇਦਾਂ ਦੇ ਜਿਹੜੇ ਸਾਡੇ ਰਹਿਬਰ ਹੋਏ ਆ ਔਰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਭਾਰਤ ਦੀ ਜਿਹੜੀ ਬਾਗਡੋਰ ਹੈ ਉਹ ਆਪਣੇ ਹੱਥਾਂ 'ਚ ਲਈਏ ਜੀ। ਤਾਂ ਇਹ ਜਿਹੜੀ ਚੀਜ਼ ਹੈ, ਇਹ ਸਾਡੇ ਜਿਹੜੇ ਰਹਿਬਰ ਹੋਏ ਆ, ਜਿਹੜੇ ਸਾਡੇ ਸ਼ਹੀਦ ਹੋਏ ਆ, ਇਹਨਾਂ ਤੋਂ ਸਿੱਖਣਾ ਚਾਹੀਦਾ ਆ ਕਿ ਜਿਹੜਾ ਭਾਰਤ ਇਹ ਚਾਹੁੰਦੇ ਸੀ ਉਹ ਭਾਰਤ ਹਾਲੇ ਤੱਕ ਨਹੀਂ ਬਣਿਆ। ਬਿਲਕੁਲ ਇਸ ਕਰਕੇ ਇਹ ਭਾਰਤ ਹਾਂਜੀ ਉਹ ਬਣਾਉਣਾ ਚਾਹੀਦਾ ਆ, ਨਾ ਕਿ ਇਹਨਾਂ ਦੇ ਜਿਹੜੇ ਲੁਟੇਰੇ ਅੱਜ ਇਕੱਠੇ ਹੋਏ ਆ। ਜੀ ਹਾਂਜੀ। ਤੇ ਦੂਸਰੀ ਨਾਲ ਮਾਸਟਰ ਦੌਲਤ ਰਾਮ ਜੀ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਂਟ ਕਰਦਾ ਵਾਂ, ਕਿਉਂਕਿ ਉਹਨਾਂ ਨੇ ਵੀ ਬਹੁਜਨ ਸਮਾਜ ਪਾਰਟੀ ਦੇ ਵਿੱਚ ਬਹੁਤ ਕੰਮ ਕੀਤਾ ਹੈਗਾ। ਤੇ ਇੰਨਾ ਹੀ ਕਹਿੰਦਾ ਹੋਇਆ ਆਪ ਦਾ ਬਹੁਤ ਜੋ ਪ੍ਰਚਾਰ ਆਪਣੇ ਸਰਦਾਰ ਊਧਮ ਸਿੰਘ ਦੀ ਜੋ ਹਿਸਟਰੀ ਦੱਸੀ ਆ, ਬਹੁਤ ਕਾਬਲੇ ਤਾਰੀਫ ਹੈ। थैंक यू जी, जय भीम, जय भारत। थैंक यू प्रेमान जी, बहुत ही यूजफुल इंफॉर्मेशन और कंट्रीब्यूशन। प्यारे दर्शकों, बिल्कुल गल सही आ कि जेड़े आज़ादी के घुलाटीए सन, जेड़े शहीद सन, उन्हां दे विचों एक भी वापस आ जाए किते अचानक। और जिस तरह गोरे अंग्रेज़ों नूं उन्होंने गोलियां मार के मारिया सी, मेरा ख्याल है कि काले अंग्रेज़ों का भी उही हशर करन कि असी इस गल लई असी कुर्बानी दिती, इस गल लई असी अपनी जिंदगी जिहड़ी आ वो देश की आज़ादी लई असी वारी आ कि तुहाडीआं तिजोरियां भरियां रहन और तुसी भारत नूं लुट के बगाने दूजे मुल्कों के विच जाके ऐशां उड़ाओ, क्योंकि भारत दियां अज बैंकां भी लुटियां जा रही, भारत का सरमाया लुटिया जा रहा और लुटन वाले भी उही आ, उन्हां दे पिट्ठू आ जिहड़े राज कर रहे आ। जिस तरह बाबा साहब ने भी कहा सीगा कि पार्लीमेंट जो ये देवतियां दा जिहड़ा घर होना चाहिए सी, जिथे कि शैतानां ने कब्जा कर लिया।
प्यारे दर्शकों, बड़ी लंबी कहानी कई दफ़ा असी तुहानूं अगे भी दसिया कि जिन्ने चुन के हुण आए तकरीबन 2/3 जिहड़े हैगे आ वो कलंकित हैं, उन्हां दे उत्ते केस चल रहे हैं, है नी। और देखो पार्लीमेंट दे विच बैठे आ और इहो जिहियां गल्लां जिहड़ियां उस पार्लीमेंट दियां जां उस कानूनदानां दियां जां उस एडमिनिस्ट्रेशन दियां गल्लां जिहड़ियां वो असीं अगले हफ्ते जरूर करांगे तुहाडे नाल, क्योंकि स्पैशल प्रोग्राम है हाउस ऑफ लॉर्ड दे विच इहदे उत्ते बहुत उच्ची पद्धर दे उत्ते प्यारे दर्शकों बहस होई है और वो जिहड़ी आ असीं तुहाडे सामने अगले हफ्ते लिआवांगे। हाँ जी दविंदर जी, देखो जदों आपां इन्हां दा शहीद ऊधम सिंह जी ने जी उडवायर सर माइकल उडवायर नूं शूट किया जी, उस तो बाद फिर इन्हां दे उत्ते मुकदमा चलदा हैगा जी। 4 जून 1940 नूं सेंट्रल जेल विच इन्हां नूं अदालत विच पेश किया जांदा, पेंटनविल दे विच। हाँ जी, और जिहड़ा 5 जून नूं इन्हां नूं सज़ा जिहड़ी हैगी आ ओह फांसी दी सज़ा सुनाई जांदी हैगी आ और पेंटनविल जेल दे विच ही मतलब इन्हां नूं फिर 31 जुलाई 1940 नूं फांसी दित्ती जांदी है। बिल्कुल, हाँ जी, मतलब एक बहुत दुखदाई जिहड़ी हैगी आ इंसीडेंट हैगा आ और एक प्राउड करने वाला भी हैगा कि भारत विच इदां दे जिहड़े महान शहीद भी है कि जिहड़े अपने मुल्क वास्ते बदला लैण वास्ते इदां दी कुर्बानी दे सकदे आ, दित्ती हैगी आ। एक गल इहदे नाल इह भी आ दविंदर जी कि जिहड़ी उन्हां ने गल तुसीं पहिलां दसी पे वो घर भी उन्होंने मार सकते सन जी और जाके क्लब च मारन का मकसद ये सी कि दुनिया को पता लग जाए। हाँ जी, हाँ जी, है नी भाई असी आज़ादी के घुलाटीए और भारत को आज़ाद कराने लिए असी कुछ भी कर सकते हैं। और ये जवाब दे विच ब्रिटिश गवर्नमेंट ने पता की कीता, जिहड़े मान लो लिखारी आ लिखते है हिस्टरी दसदी आ, सारी प्रैस जिहड़ी आ इत्थे दी आ उन्होंने कहा कि तुसी हाईलाइट नहीं इनू करना, मैंशन नहीं करना, इनू मैंशन नहीं करना, हैडलाइन नहीं देनी, बिल्कुल लकोश को के 1-2 लाइना जे देनिया तो दे दिओ, है जी, तुसी इनू बिल्कुल मैंशन नहीं करना। उन्होंने ब्लैकआउट कर दिता जी और जो उन्हों की कुर्बानी सीगी उन्होंने बिल्कुल उहदे नाल उन्होंने इंसाफ नहीं किया। और इहो जी गल जिहड़ी आ वो भारत के गवर्नर जनरल ने भी भारत दे विच भी की और उत्थे दी जिहड़ी प्रैस जिहड़ी आ ਉਹਨੂੰ भी इस तरह के हुक्म दे उत्थे भी इन्हां दा राज सी, इन्हां दा राज सीगा और इत्थों गौरमेंट ने कहा उत्थे गवर्नर जनरल नूं भई प्रैस जिहड़ी आ उन्हां नूं बुला के ये दस दिओ कि आ जिहड़ी खबर हैगी आ इहनूं हाईलाइट ना करन, दुनिया दे विच ना खिलारन, इहनूं बिल्कुल लो लैवल ते समोल जिहड़ी हैगी आ प्रिंट जिहनूं कहंदे आ ਉਹਦੇ ਵਿੱਚ खबर तुसीं दिओ, हैडलाइन नहीं छापनी, है जी। हाँ बिल्कुल, देखो फिर और ये तो गुरिਆਂ ਦੀ ਗੱਲ ਸੀਗੀ ਨਾ, ਅੰਗਰੇਜ਼ਾਂ ਦੀ ਗੱਲ ਸੀ, ਉਹਦਾ ਰਾਜ ਸੀ, ਉਹਨੇ ਤਾਂ ਆਪਣੇ ਆਪ ਨੂੰ ਦਬਾਉਣਾ ਹੀ ਸੀ। ਉਹ ਥੋੜੀ ਚਾਹੁੰਦੇ ਸੀ ਵੀ ਇੱਕ ਜਿਹਦੇ ਨਾਲ ਰਾਜ ਅਸੀਂ ਕਰਦੇ ਹੋ ਸਾਡੇ ਕੋਲ ਆ ਕੇ ਇਸ ਤਰੀਕੇ ਨਾਲ ਬਦਲਾ ਲੈਣ, ਔਰ ਮਤਲਬ ਉਹਨਾਂ ਦੀ ਬਦਨਾਮੀ ਵੀ ਹੁੰਦੀ ਸੀ ਆਪਣੀ, ਉਹ ਚਾਹੁੰਦਾ ਸੀ। ਪਰ ਭਾਰਤ ਜਦੋਂ ਆਜ਼ਾਦ ਹੋ ਜਾਂਦਾ ਹੈ ਉਦੋਂ ਵੀ ਜਿਹੜਾ ਸਹੀ ਸਨਮਾਨ ਸ਼ਹੀਦ ਊਧਮ ਸਿੰਘ ਜੀ ਨੂੰ ਮਿਲਣਾ ਚਾਹੀਦਾ ਹੈਗਾ ਉਹ ਨਹੀਂ ਦਿੱਤਾ ਗਿਆ। ਬਿਲਕੁਲ ਬਿਲकुल, मतलब उत्थे दी प्रैस ने जिस तरीके नाल उन्होंने हाईलाइट होना चाहिए, उन्होंने एक शहीद का दर्जा दे के उन्होंने मान सम्मान मिलना चाहिए हैगा, वो नहीं दिता गया, नहीं दिता। अज भी पिछे जो मैं न्यूज़ देखता सीगा जदों पेपरां दे विच खास करके सोशल मीडिया च आई कि अज जिहड़े उन्हां दे वंशज हैगे आ वो बेचारे दिहाड़ियां करदे आ, बुरा हाल आ उन्हां सो इट्स लाइक दैट। कॉल ले लिए, हाँ ठीक है। हेलो जी, जय गुरुदेव, जय पीर, कौन थे कितों साहब जी? हेलो जी, जय गुरुदेव, जय भीम सरकार, मैं दीवान मिंदरा बोल रहा। दीवान जी थोड़ा स्वागत है कांची टीवी ते, की कहना चाहुंदे हो? थैंक यू सर। आ थोड़ी है अज दे माहौल दे उत्ते मैं कर रहा जो दुनिया का माहौल आ जी, कहंदा सब कहंदे लड़ना माड़ा है पर लोग रोज ही लड़ते ने, मुंड तो अमना दी खाश लई मुंड तो ही लोग झगड़ते ने, एक पिंड विच 4 गुरु करने घर बन गए जातां गोतां दे, अज ऊंच नीच भी चलती है उंज सब गुरबाणी पढ़ते ने, सच सोना है सच कर्म धर्म
ਸੱਚ ਇੱਕੋ ਸੱਚ ਬਦਲਦਾ ਨਹੀਂ। ਉਹ ਲੋਕੀ ਮੂਰਖ ਹੁੰਦੇ ਜੋ ਸੱਚ ਕੀ ਹੈ ਉਤੋਂ ਲੜਦੇ ਨੇ। ਅੱਜ ਕੋਈ ਫਰੀਦ ਨਹੀਂ ਕਹਿੰਦਾ ਉਹ ਗੁਨਾਹਗਾਰ ਹੈ, ਦੋਸ਼ੀ ਹੈ। ਇੱਕ ਆਪੂ ਚੰਗੇ ਬਣ ਲਈ ਸਭ ਦੋਸ਼ ਦੂਜੇ ਤੇ ਮੜਦੇ ਨੇ। ਅੱਗੇ ਲਿਖਿਆ ਹਿੰਮਤ ਉਤਸ਼ਾਹ ਹੀ ਜੀਵਨ ਹੈ। ਬਰਤਾ ਮੁਰਦਾ ਹੁੰਦੇ ਨੇ, ਜਿੰਦਾ ਦਿਲ ਜਗ ਰਛਲਾਉਣ ਲਈ ਚੰਨ ਸੂਰਜ ਬਣ ਕੇ ਚੜ੍ਹਦੇ ਨੇ। ਕੁਝ ਖਾਸ ਅਸੂਲਾਂ ਲਈ ਲੜਨਾ, ਕੁਝ ਖਾਸ ਅਸੂਲਾਂ ਤੇ ਖੜਨਾ, ਇਹ ਵਾਅਦੇ ਕੋਈ ਮਾਮੂਲੀ ਨਹੀਂ, ਇਹ ਵਾਅਦੇ ਜਾਨ ਤੇ ਧਰਦੇ ਨੇ। ਬਿਲਕੁਲ ਹੱਥਾਂ ਦੀਆਂ ਲੀਕਾਂ ਸਭ ਕੁਝ ਨਹੀਂ, ਮੱਥੇ ਦੇ ਲੇਖ ਵੀ ਗੱਲਾਂ ਨੇ। ਜਾਂ ਬਾਜ਼ ਮਰਦ ਜੋ ਹੁੰਦੇ ਨੇ ਉਹ ਖੁਦ ਤਕਦੀਰਾਂ ਕਰਦੇ ਨੇ, ਜਿੱਦਾਂ ਕਿ ਸ਼ਹੀਦ ਆਜ਼ਮ ਊਧਮ ਸਿੰਘ ਜੀ ਦੀਆਂ ਕਹਾਣੀਆਂ। थैंक यू दीवान जी, वेरी नाइस, बहुत जज्बाती कविता। थैंक यू वेरी मच ਮਹਿੰਦਰਾ ਜੀ, ਵੌਇਸ ਆਫ ਇੰਡੀਆ। हाँ जी, ਵੈਰੀ ਨਾਈਸ। ਹਮੇਸ਼ਾ ਮਤਲਬ ਸਾਡੇ ਪ੍ਰੋਗਰਾਮ 'ਚ ਆ ਕੇ ਹਿੱਸਾ ਪਾਉਂਦੇ ਹਨ। ਬਹੁਤ ਬਹੁਤ ਧੰਨਵਾਦ। ਸੋ ਇਟਸ ਸੋ ਗੁੱਡ। ਅੱਛਾ, ਆਪਾਂ ਗੱਲ ਕਰਦੇ ਸੀਗੇ ਜੀ ਕਿ ਜਿੱਦਾਂ ਗਵਰਨਮੈਂਟਾਂ ਨੇ, ਸਰਕਾਰਾਂ ਨੇ, ਭਾਰਤ ਸਰਕਾਰ ਨੇ ਵੀ ਇਗਨੋਰ ਕੀਤਾ ਜੀ, ਪਰ 1975 ਵਿੱਚ ਭਾਰਤੀ ਸਰਕਾਰ ਨੇ ਜਿਹੜੀਆਂ ਅਸਥੀਆਂ ਹੈਗੀਆਂ ਆਪਣੇ ਸ਼ਹੀਦ ਊਧਮ ਸਿੰਘ ਜੀ ਦੀਆਂ ਅਸਥੀਆਂ ਭਾਰਤ ਵਿੱਚ ਲਿਆਂਦੀਆਂ ਜੀ 1975 ਦੇ ਵਿੱਚ ਜੀ। ਤਾਂ ਉਹਦੇ ਫਿਰ 7 ਹਿੱਸੇ ਕੀਤੇ, ਉਹਨੂੰ 7 ਕਲਸ਼ ਬਣਾ ਕੇ ਉਹਨਾਂ ਨੂੰ ਫਿਰ ਉਹਨਾਂ ਨੇ ਉਸ ਤਰੀਕੇ ਨਾਲ ਉਹਦਾ ਅੰਤਿਮ ਸੰਸਕਾਰ ਜਿਹੜਾ ਕਹਿ ਲਓ ਉਹਨੂੰ ਜਿੱਦਾਂ ਕੀਤਾ ਹੈਗਾ। ਉਹ ਇੱਕ ਕਲਸ਼ ਜਿਹੜਾ ਸੀਗਾ, ਜਿਹੜਾ ਰੋਜ਼ਾ ਸ਼ਰੀਫ ਸਰਹਿੰਦ ਦੇ ਵਿੱਚ ਉੱਥੇ ਉਹਨਾਂ ਨੇ ਉੱਥੇ ਰੱਖਿਆ, ਦਫਨਾਇਆ। ਔਰ ਦੂਸਰਾ ਜਿਹੜਾ ਹੈਗਾ ਕਲਸ਼ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ। ਔਰ ਤੀਸਰਾ ਜਿਹੜਾ ਸੀਗਾ ਕਲਸ਼ ਉਹ ਨੂੰ ਹਰਿਦੁਆਰ ਵਿਖੇ ਜਲ ਪ੍ਰਵਾਹ ਕੀਤਾ। ਫਿਰ ਇੱਕ ਜਿਹੜਾ ਸੀਗਾ ਕਲਸ਼ ਚੌਥਾ ਜਿਹੜਾ ਸੀਗਾ ਉਹ ਜਲਿਆਂਵਾਲੇ ਬਾਗ ਦੇ ਵਿੱਚ ਉੱਥੇ ਉਹਨੂੰ ਰੱਖਿਆ ਜੀ। ਔਰ ਜਿਹੜਾ ਇੱਕ ਹੈਗਾ ਸੁਨਾਮ ਦੇ ਖੇਡ ਸਟੇਡੀਅਮ ਦੇ ਵਿੱਚ ਰੱਖਿਆ ਹੈ। ਔਰ 2 ਜਿਹੜੇ ਉੱਥੇ ਸੁਨਾਮ ਦਾ ਸਰਕਾਰੀ ਕਾਲਜ ਜਿਹੜਾ ਹੈਗਾ 2 ਕਾਲਜ ਉੱਥੇ ਪਏ ਆ। ਬਿਲਕੁਲ। ਸੋ ਅਸਥੀਆਂ ਉੱਥੇ ਹੈਗੀਆਂ। ਸਰਕਾਰੀ ਕਾਲਜ ਸੁਨਾਮ ਦੀ ਲਾਇਬ੍ਰੇਰੀ ਦੇ ਵਿੱਚ ਹੈਗੇ, ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਉਹ ਵੀ ਕਰ ਸਕਦੇ ਹੈ। ਇਹ ਕਾਫੀ ਦੇਰ ਆਏ, ਦਰੁਸਤ ਆਏ। ਸਰਕਾਰ ਨੇ ਭਾਵੇਂ ਲੇਟ ਹੀ ਕੀਤਾ, ਪਰ ਫਿਰ ਵੀ ਆਪਣੇ ਮੁਲਕ ਦੇ ਵਿੱਚ ਉਹਨਾਂ ਦੀ ਜਿਹੜਾ ਹੈਗਾ ਅੰਤਮ ਯਾਤਰਾ ਉੱਤੇ ਆਈ ਹੈ। ਬਿਲਕੁਲ ਸਹੀ ਗੱਲ ਹੈ ਦਵਿੰਦਰ ਜੀ। ਸਾਨੂੰ ਇਸ ਗੱਲ ਦਾ ਫਖਰ ਔਰ ਮਾਣ ਵੀ ਹੋਣਾ ਚਾਹੀਦਾ ਕਿ ਭਾਰਤ ਸਰਕਾਰ ਨੇ ਕੁਛ ਨਾ ਕੁਛ ਤਾਂ ਕਰਕੇ ਉਹਨਾਂ ਦਾ ਜਿਹੜਾ ਨਾਂ ਹੈਗਾ ਉਹਨੂੰ ਇਹ ਆ ਕਿ ਜਿੰਦਾ ਰੱਖਿਆ, ਤਾਜ਼ਾ ਰੱਖਿਆ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਹੈ ਜੀ, ਉਹ ਅੱਜ ਕੱਲ੍ਹ ਵੀ ਇਹ ਆ ਕਿ ਗਰੀਬੀ ਦੀ, ਪਾਵਰਟੀ ਦੀ ਲਾਈਨ ਤੋਂ ਥੱਲੇ ਆਪਣੀ ਜ਼ਿੰਦਗੀ ਦੇ ਨਾਲ ਉਹ ਜਦੋਜਹਿਦ ਕਰ ਰਹੇ ਹਨ। ਔਰ ਸਰਕਾਰ ਜਿਹੜੀ ਆ, ਕੀ ਸਰਕਾਰ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ? ਤੁਸੀਂ ਜਦੋਂ ਮਾਨ ਸਾਹਿਬ ਹੁਣੇ ਵੀ ਗੱਲ ਕੀਤੀ ਵੀ ਜਿਹਨਾਂ ਆਜ਼ਾਦੀ ਦੇ ਪਰਵਾਨਿਆਂ ਨੇ ਆਜ਼ਾਦੀ ਦੇ ਕੁਰਬਾਨ ਹੋ ਕੇ, ਆਪਣੇ ਮੁਲਕ ਲਈ ਕੁਰਬਾਨ ਹੋ ਕੇ ਆਜ਼ਾਦੀ ਲਈ ਹੈਗੀ ਆ, ਪਰ ਜਿਹੜੀ ਅੱਜ ਦੀ ਸਰਕਾਰ ਹੈਗੀ ਆ ਉਹਨੂੰ ਜਿਹੜਾ ਕੰਮ ਕਰਨਾ ਚਾਹੀਦਾ ਉਹ ਕਰਦੇ ਨਹੀਂ ਹੈ। ਬਿਲਕੁਲ ਬਿਲਕੁਲ ਹੈ ਜੀ। ਅੱਜ ਵੀ ਜਿਹੜੇ ਹੁਣ ਦੇਖੋ ਆਪਣੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਜਿਹੜੇ ਹੈਗੇ ਆ ਉਹ ਅੱਜ ਵੀ ਉਹ ਸੰਘਰਸ਼ ਕਰ ਰਹੇ ਆ, ਅੱਜ ਵੀ ਰੋੜ ਰਹੇ ਆ, ਤਕਲੀਫ ਸਹਿਣ ਕਰ ਰਹੇ ਆ। ਨਾਲ ਉਹਨਾਂ ਦੇ ਸਾਰਿਆਂ ਦੇ ਤਕਰੀਬਨ ਪੁੱਤ ਪੋਤਰੇ ਬਾਰਡਰ ਤੇ ਲੜ ਰਹੇ ਆ। ਬਿਲਕੁਲ ਹੈ ਜੀ, ਦੇਸ਼ ਦੀ ਰੱਖਿਆ ਲਈ ਲੜ ਰਹੇ ਆ। ਔਰ ਉਹਦੀ ਰਿਕਗਨੀਸ਼ਨ ਕੀ ਹੈਗੀ ਆ? ਤੁਸੀਂ ਟੈਂਕ ਵੀ ਚਲਾ ਰਹੇ, ਟਰੈਕਟਰ ਵੀ ਚਲਾ ਰਹੇ ਆ, ਔਰ ਟਵਿੱਟਰ ਚਲਾਉਣ ਦੀ ਜਿਹੜੀ ਕਸਰ ਹੈਗੀ ਆ ਉਹ ਵੀ ਚਲਾ ਰਹੇ ਆ। ਪਰ ਉਹ ਤੇਜ਼ ਕਰਨ ਦੀ ਲੋੜ ਹੈਗੀ ਆ। ਜਿਹੜਾ ਸਰਕਾਰ ਨੂੰ ਇੱਕ ਬਹੁਤ ਵੱਡੀ ਜਿਹੜੀ ਗੱਲ ਹੋਈ ਆ ਕਿ ਆਪਾਂ ਲਾਸਟ ਟਾਈਮ ਵੀ ਗੱਲ ਕਰਦੇ ਨਾ ਕਿ ਨੀਟ ਦੇ ਅਧੀਨ ਜਿਹੜੇ ਡਾਕਟਰ ਬਣਨੇ ਸੀਗੇ 10,000 ਤੋਂ ਜ਼ਿਆਦਾ 11,000 ਜਿਹੜੀਆਂ ਵੇਕੈਂਸੀਆਂ ਸੀਗੀਆਂ ਉਹ ਕਹਿੰਦੇ ਵੀ ਜਨਰਲ ਨੂੰ ਦੇ ਦੇਣੀਆਂ, ਜੋ ਲਾਗੂ ਨਹੀਂ ਹੋਣੀ। ਜਿਹੜੀ OBC ਦੀ ਰਿਜ਼ਰਵੇਸ਼ਨ ਹੈਗੀ ਆ, ਅੱਜ ਗਵਰਨਮੈਂਟ ਨੂੰ ਝੁਕਣਾ ਪਿਆ। ਅੱਜ ਦੀ ਖਬਰ ਹੈਗੀ ਆ ਕਿ ਜਿਹੜੀ
ਜਿਹੜੀ 27% ਹਾਲੇ 27% ਜਿਹੜੀ ਹੈਗੀ ਰਿਜ਼ਰਵੇਸ਼ਨ ਉਹ OBC ਨੂੰ ਮਿਲੂਗੀ ਯੂ ਨੋ ਐਜੂਕੇਸ਼ਨ ਦੇ ਵਿੱਚ ਉਹ ਮੈਡੀਕਲ ਜਿਹੜਾ ਹੈਗਾ ਪੇਸ਼ਾ ਉਹਦੇ ਵਿੱਚ ਯੂ ਨੋ ਇਹ ਇੱਕ ਬਹੁਤ ਵੱਡੀ ਜਿੱਤ ਆ। ਔਰ ਆਈ ਥਿੰਕ ਜਿਹੜੇ OBC ਨੇ ਪਹਿਲੀ ਵਾਰੀ ਕੋਈ ਐਜੀਟੇਸ਼ਨ ਕੀਤੀ ਹੈਗੀ ਔਰ ਇਹ ਐਜੀਟੇਸ਼ਨ ਸੜਕਾਂ ਤੇ ਘੱਟ ਸੋਸ਼ਲ ਮੀਡੀਆ ਦੇ ਵਿੱਚ ਜ਼ਿਆਦਾ ਸੀ। ਬਿਲਕੁਲ ਔਰ ਉਹਦਾ ਅਸਰ ਹੋਇਆ ਜਿਹੜੇ ਜਿੱਦਾਂ ਮੱਧ ਪ੍ਰਦੇਸ਼ ਦੇ ਵਿੱਚ ਭੋਪਾਲ ਦੇ ਵਿੱਚ ਉੱਥੇ ਜਿਹੜੇ ਹੈਗੇ ਆ OBC ਦੇ ਜਿਹੜੇ ਵਰਕਰ ਹੈਗੇ ਉਹਨਾਂ ਨੇ ਮੋਰਚਾ ਲਾਇਆ, ਨਾਲ ਭੀਮ ਆਰਮੀ ਜਿਹੜੀ ਸੀਗੀ ਉਹਨਾਂ ਨੇ ਬੜੀ ਕੀਤਾ ਤੇ ਉੱਥੋਂ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ। ਅਰੈਸਟ ਕਰਕੇ ਫਿਰ 3-4 ਜਿਹੜੀਆਂ ਕੋਚਾਂ ਭਰ ਕੇ ਬੱਸਾਂ ਭਰ ਕੇ ਜਿੰਨੇ ਵੀ ਸੀ ਉਹਦੇ ਵਿੱਚੋਂ ਜਿਹੜੇ ਮੋਹਰੀ ਸੀਗੇ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਲੈ ਗਏ 15-20 ਮੀਲ ਬਾਹਰ ਛੱਡ ਕੇ ਆ ਗਏ ਯੂ ਨੋ ਵੀ ਇਹਨੂੰ ਜਦੋਂ ਥੋੜ੍ਹਾ ਸਾਬੋਟਾਜ ਕਰੋ। ਪਰ ਰਿਜ਼ਲਟ ਇਹ ਹੋਇਆ ਕਿ ਜਿਹੜੀ ਸਰਕਾਰ ਸੀ ਉਹਨੂੰ ਝੁਕਣਾ ਪਿਆ ਔਰ ਜਿਹੜੀ ਉਹ ਰਿਜ਼ਰਵੇਸ਼ਨ ਸੀਗੀ ਉਹ ਮੁੜ ਕੇ ਲਾਗੂ ਕਰਨੀ ਪਈ ਆ। ਪਰ ਇਹਦੇ ਵਿੱਚ ਟਾਈਮ ਹੈ ਨਹੀਂ। ਪਰ ਇਹਦੇ ਵਿੱਚ ਇੱਕ ਚੀਜ਼ ਇਹ ਹੈਗਾ ਕਿ ਜਿਹੜੀ ਡਿਮਾਂਡ OBC ਦੀ ਹੈਗੀ ਆ ਕਿ ਉਹਨਾਂ ਦੀ ਜਿਹੜੀ ਗਿਣਤੀ ਹੈਗੀ ਆ ਪਲੀਜ਼ ਟਾਈਮ ਹੈ ਨਹੀਂ ਜਿਹੜੀ ਉਹਨਾਂ ਦੀ ਗਿਣਤੀ ਆ ਨਾ ਜਿਹੜੀ ਜਨਗਣਨਾ ਦੇ ਵਿੱਚ ਹੋਣੀ ਚਾਹੀਦੀ ਆ ਕਿੰਨੇ ਹੈਗੇ ਆ ਉਹਨਾਂ ਦੀ ਪਾਪੂਲੇਸ਼ਨ ਕਿੰਨੇ % ਆ ਕਿੰਨੇ % ਕਰਕੇ ਜਿਹੜੀ ਪਹਿਲਾਂ ਸੀਗੀ ਉਹ 1931 ਦੇ ਜਿਹੜਾ ਪੁਰਾਣੀ ਹੈ ਚੱਲਦੀ ਹੈ ਔਰ ਉਸ ਵੇਲੇ 52% ਮੰਨੀ ਜਾਂਦੀ ਹੈ ਵੀ ਉਸ ਵੇਲੇ। ਪਰ ਉਸ ਤੋਂ ਬਾਅਦ ਜ਼ਿਆਦਾ ਮੰਡਲ ਕਮਿਸ਼ਨ ਲਾਗੂ ਕੀਤਾ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਹੋਰ ਜਿਹੜੀਆਂ ਸਵਾਰਨ ਜਾਤੀਆਂ ਸੀ ਉਹਨਾਂ ਨੂੰ ਵੀ ਐਡ ਕਰ ਲਿਆ ਗਿਆ OBC ਦੇ ਵਿੱਚ ਤੇ ਹੁਣ ਉਹਦੀ ਪਾਪੂਲੇਸ਼ਨ ਐਕਚੁਅਲੀ ਕਿੰਨੀ ਹੈਗੀ ਆ ਉਹ ਪਤਾ ਨਹੀਂ ਹੈਗਾ। ਹੁਣ ਆਪਾਂ ਕਿਉਂਕਿ ਟਾਈਮ ਪਿਆਰੇ ਦਰਸ਼ਕੋ 1 ਮਿੰਟ ਰਹਿ ਗਿਆ, ਸਿਰਫ ਅਸੀਂ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਦਵਿੰਦਰ ਉਹਨੇ ਗੱਲ ਦੱਸੀ ਹੈਗੀ ਆ ਉਹ ਗੱਲ ਜਿਹੜੀ ਆ ਲੜਾਈ ਦੀ ਜਦੋਜਹਿਦ ਦੀ ਉਹ ਪ੍ਰੈਸ ਦੇ ਇੰਡੀਅਨ ਪ੍ਰੈਸ ਦੇ ਵਿੱਚ ਬਿਲਕੁਲ ਨਹੀਂ ਆਈ ਔਰ ਉਹਨਾਂ ਨੇ ਬੜਾ ਲੋ ਪ੍ਰੋਫਾਈਲ ਉਹਨਾਂ ਨੂੰ ਦਿੱਤਾ ਹੈਗਾ। ਔਰ ਹੁਣ ਟਾਈਮ ਖਤਮ ਹੋ ਗਿਆ। ਅਸੀਂ ਇਹੋ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਸ਼ਹਾਦਤ ਜਿਹੜੀ ਹੈਗੀ ਆ ਉਹਨਾਂ ਨੂੰ ਤਾਜ਼ਾ ਰੱਖਣਾ ਜ਼ਰੂਰੀ ਹੈ। ਇਤਿਹਾਸ ਪੜ੍ਹਨਾ ਜ਼ਰੂਰੀ ਹੈ। ਇਤਿਹਾਸ ਪੜ੍ਹ ਕੇ ਤੁਹਾਨੂੰ ਇਤਿਹਾਸ ਦੇ ਵਿੱਚੋਂ ਬਹੁਤ ਸਿੱਖਿਆ ਮਿਲਦੀ ਹੈ ਔਰ ਇਹ ਸਾਡਾ ਭਾਰਤ ਦਾ ਇਤਿਹਾਸ ਆ। ਇਹ ਨਹੀਂ ਕਿ ਇੱਕ ਕੌਮ ਦਾ ਇਤਿਹਾਸ ਹੈ, ਨਾ ਉਹ ਇੱਕ ਪਾਰਟੀ ਲਈ ਮਰੇ ਨਾ ਉਹ ਇੱਕ ਧਰਮ ਲਈ ਮਰੇ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਉਹ ਦੇਸ਼ ਲਈ ਮਰੇ, ਉਹ ਦੇਸ਼ ਦੇ ਸ਼ਹੀਦ ਸਨ ਔਰ ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਤਾਜ਼ਾ ਰਹਿਣੀ ਚਾਹੀਦੀ ਹੈ। ਅਗਲੇ ਹਫ਼ਤੇ ਮੈਂ ਫਿਰ ਦੁਹਰਾਉਣਾ ਚਾਹੁੰਦਾ ਹਾਂ ਕਿ ਇੱਥੇ ਦੀ ਪਾਰਲੀਮੈਂਟ ਦੇ ਵਿੱਚ ਪਿਆਰੇ ਦਰਸ਼ਕੋ ਕਾਫੀ ਅਧਿਕਾਰਾਂ ਬਾਰੇ ਕਾਫੀ ਗੱਲਬਾਤ ਹੋਈ ਹੈ ਔਰ 4-5 ਘੰਟੇ ਦੀ ਜਿਹੜੀ ਬਹਿਸ ਸੀਗੀ ਉਹ ਜਿਹੜਾ ਹੈਗਾ ਉਹਦਾ ਜੋ ਕੁਛ ਵੀ ਹੈਗਾ ਬਹਿਸ ਦਾ ਜੋ ਰਿਜ਼ਲਟ ਹੈਗਾ ਜੋ ਕੁਛ ਗੱਲਾਂ ਹੋਈਆਂ ਤਸ਼ੱਦਦ ਇੰਡੀਆ 'ਚ ਹੁੰਦੇ ਆ ਅਸੀਂ ਤੁਹਾਡੇ ਸਾਹਮਣੇ ਅਗਲੇ ਹਫ਼ਤੇ ਰੱਖਾਂਗੇ। ਥੈਂਕ ਯੂ।